ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਹਾਂਜੀ। ਦੋਹਰਾ। ਕਿਰਤ ਕਰਤ ਚਾਰੋਂ ਬਰਨ, ਬਨ ਤੁਰਕਨ ਤੇ ਦੀਨ। ਤਿਨ ਕੋ ਪਾਹੁਲ ਦੇਹ ਹਮ, ਛਿਤ ਪਤ ਕਰਹਿ ਪ੍ਰਬੀਨ। ਕਿਰਤ ਕਰਤ ਚਾਰੋਂ ਬਰਨ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਚਾਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਸੁੱਖਾਂ ਦੇ ਸਾਗਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਮਹਾਨ ਪਾਵਨ ਪਵਿੱਤਰ ਦਰਸ਼ਨ ਕਰ ਰਹੇ ਹੋ। ਲੜੀਵਾਰ ਕਥਾ ਸੁਣਨ ਦਾ ਸਮਾਂ ਹੋਇਆ ਹੈ। ਪਹਿਲਾਂ ਅਖੰਡ ਪਾਠ ਸਾਹਿਬ, ਫਿਰ ਕੁਝ ਰੁਝੇਵੇਂ ਹੋਣ ਕਰਕੇ 2-4 ਦਿਨ ਲੜੀਵਾਰ ਕਥਾ ਨਹੀਂ ਹੋਈ। ਆਪ ਜੀ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ ਜੀ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਸਰ ਕੌਣ ਧਿਆਈਆ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਚੱਲ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਾਣੀ ਦਾ ਸਿੰਘ ਨੇ ਕੀਰਤਨ ਕੀਤਾ ਜੀ। ਰਾਜੇ ਤੇ ਜਿਹੜਾ ਰਾਜਿਆਂ ਤੋਂ ਵੀ ਉੱਤੇ ਹੁੰਦਾ ਉਹਨੂੰ ਮਹਾਰਾਜਾ ਕਹਿੰਦੇ ਜੀ। ਇੱਕ ਰਾਜਾ ਹੁੰਦਾ, ਇੱਕ ਮਹਾਰਾਜਾ ਹੁੰਦਾ ਜੀ। ਰਾਜਾ ਹੋਰ ਹੁੰਦਾ, ਮਹਾਰਾਜਾ ਹੋਰ ਹੁੰਦਾ ਜੀ। ਆਖੋ ਵਾਹਿਗੁਰੂ।
ਵਾਹਿਗੁਰੂ। ਇਹ ਜਦੋਂ ਮੈਂ ਬਾਹਰ ਜਾਣਾ ਤਾਂ ਬੀਬੀਆਂ ਨੇ ਕਹਿਣਾ ਨਾ ਬਾਬਾ ਜੀ ਅਸੀਂ ਨਹੀਂ ਸੀ ਬੋਲੇ। ਤੇ ਵੇਖ ਲਓ ਆਵਾਜ਼ ਬਾਹਰੋਂ ਹੀ ਆ ਰਹੀ ਜੇ। ਹਾਂਜੀ, ਧਿਆਨ ਰੱਖਿਆ ਕਰੋ ਭਾਈ। ਇੱਕ ਰਾਜਾ ਹੁੰਦਾ, ਇੱਕ ਮਹਾਰਾਜਾ ਹੁੰਦਾ। ਮਹਾਰਾਜ ਕਹਿੰਦੇ ਵੀ ਉਹ ਰਾਜਿਆਂ ਦਾ ਵੀ ਰਾਜਾ, ਉਹ ਮਹਾਰਾਜਿਆਂ ਦਾ ਵੀ ਮਹਾਰਾਜਾ। ਕੌਣ ਜੀ? ਵਾਹਿਗੁਰੂ ਪਰਮੇਸ਼ਰ ਜੀ। ਰੱਬ ਵੱਡਾ ਜੀ ਸਾਰਿਆਂ ਤੋਂ। ਰੱਬ ਦੇ ਪਿਆਰੇ ਜੇ ਕਿਸੇ ਤੋਂ ਡਰਦੇ ਤੇ ਰੱਬ ਤੋਂ ਹੀ ਡਰਦੇ ਜੀ। ਉਹ ਕਿਸੇ ਹੋਰ ਤੋਂ ਨਹੀਂ ਡਰਦੇ ਜੀ। ਕਿਉਂ? ਉਹ ਰੱਬ ਨਾਲ ਜੁੜੇ ਹੁੰਦੇ ਜੀ। ਮਹਾਰਾਜ ਕਹਿੰਦੇ ਏਡੇ ਵੱਡੇ ਵਾਹਿਗੁਰੂ ਨੂੰ ਛੱਡ ਕੇ ਹੋਰ ਦੂਜੇ ਨੂੰ ਕਿਉਂ ਧਿਆਉਂਦੇ ਫਿਰਦੇ ਜੇ? ਕਿਉਂ ਮੰਨਦੇ ਫਿਰਦੇ ਹੋ? ਸਭ ਤੋਂ ਵੱਡਾ ਵਾਹਿਗੁਰੂ ਹੈ। ਸੋ ਆਪ ਜੀ ਬੜੇ ਪਿਆਰ ਨਾਲ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ। ਆਓ ਬੜੇ ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਪ ਜੀ ਸੰਗਤਾਂ ਇਸ ਸਥਾਨ ਤੇ ਸੁਭਾਈਮਾਨ ਹੋ, ਇੰਗਲੈਂਡ ਤੋਂ ਬੀਬੀ ਕਿਰਪਾਲ ਕੌਰ ਜੀ, ਸੁਖਜਿੰਦਰ ਕੌਰ ਜੀ, ਉਹਨਾਂ ਦੇ ਨਾਲ ਹੋਰ ਵੀ ਸੰਗਤਾਂ ਜਿਹੜੀਆਂ ਨੇ ਲੁਧਿਆਣੇ ਤੋਂ, ਉਹਨਾਂ ਦੇ ਸੰਗੀ ਸਾਰੇ ਹਾਜ਼ਰੀਆਂ ਭਰ ਰਹੇ ਨੇ। ਜੀ ਆਇਆਂ ਨੂੰ ਭਾਈ। ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸੱਜੇ ਹੋਏ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸੁਭਾਈਮਾਨ ਨੇ। ਬੇਅੰਤ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਨੇ। ਕੇਸ਼ਵ ਦਾਸ ਦੇ ਪਖੰਡ ਦਾ ਖੰਡਨ ਕਰ ਦਿੱਤਾ ਮਹਾਰਾਜ ਨੇ। ਰਾਜਾ ਭੀਮ ਚੰਦ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਜੀ। ਉਹਦੇ ਨਾਲ ਕੁਝ ਰਾਜੇ ਹੋਰ ਸਨ ਜੀ। ਰਾਜਾ ਭੀਮ ਚੰਦ ਨੂੰ ਜੋ ਸੁਣਿਆ ਸੀਗਾ ਉਹਨੇ ਉਸ ਹਿਸਾਬ ਨਾਲ ਗੱਲ ਕੀਤੀ। ਕਹਿੰਦਾ ਮਹਾਰਾਜ ਸੁਣਿਆ ਤੁਹਾਂ ਦੇਵੀ ਪ੍ਰਗਟ ਕੀਤੀ ਹੈ। ਮਹਾਰਾਜ ਮੁਸਕਰਾ ਪਏ ਜੀ ਉਹਦੀ ਗੱਲ ਸੁਣ ਕੇ। ਉਹਦੀ ਗੱਲ ਸੁਣ ਕੇ ਮਹਾਰਾਜ ਖੁਸ਼ ਹੋ ਤੁਰੇ। ਮਹਾਰਾਜ ਕਹਿੰਦੇ ਬਾਕੀ ਗੱਲਾਂ ਤੇ ਛੱਡੋ, ਇਹ ਦੱਸੋ ਵੀ ਗੁਰੂ ਨਾਨਕ ਸਾਹਿਬ ਦੀ ਜੇ ਸਿੱਖੀ ਧਾਰਨ ਕਰੋਗੇ ਨਾ ਤੇ ਤੁਹਾਡਾ ਰਾਜ ਭਾਗ ਬੜਾ ਵੱਡਾ ਹੋ ਜਾਏਗਾ। ਤੁਹਾਡਾ ਰਾਜ ਭਾਗ ਬੜਾ ਵੱਡਾ ਹੋ ਜਾਏਗਾ। ਕਹਿੰਦੇ ਮਹਾਰਾਜ ਸਿੱਖ ਹੀ ਤਾਂ ਹੈਗੇ ਆ ਤੁਹਾਡੇ, ਹੋਰ ਦੱਸੋ ਕਿਵੇਂ ਸਿੱਖ ਬਣੀਏ। ਸ਼ਾਮੇ ਹੋਰ ਦੱਸੋ ਕਿਵੇਂ ਸਿੱਖ ਬਣੀਏ। ਮਹਾਰਾਜ ਕਹਿਣ ਲੱਗੇ ਇੰਝ ਨਹੀਂ ਸੰਗਤ ਜੀ, ਇੰਝ ਤੇ ਬੜੇ ਲੋਕ ਆਪਣੇ ਆਪ ਨੂੰ ਸਿੱਖ ਸਮਝਦੇ ਆ ਵੀ ਆਪਾਂ ਗੁਰੂ ਦੇ ਸਿੱਖ ਹੀ ਹੈਗੇ ਆ ਜੀ। ਮਹਾਰਾਜ ਕਹਿੰਦੇ ਐਵੇਂ ਨਹੀਂ ਤੁਸੀਂ ਸਿੱਖ ਹੈਗੇ। ਤੁਸੀਂ ਕਛਹਿਰੇ ਪਾਓ, ਕੇਸ ਰੱਖੋ। ਕਹਿੰਦੇ ਮਹਾਰਾਜ ਉੱਦਾਂ ਤੇ ਅਸੀਂ ਤੁਹਾਡੇ ਹੀ ਆ। ਨਾ ਆਪਾਂ ਬੋਦੀ ਛੱਡਣੀ, ਨਾ ਆਪਾਂ ਧੋਤੀ ਛੱਡਣੀ। ਇਹ ਕੰਮ ਨਹੀਂ ਛੱਡਣੇ। ਜਿਹੜੀ ਬੋਦੀ ਹੈ ਨਾ ਜੀ, ਉਹ ਕੇਸ ਕੱਟ ਕੇ ਹੁੰਦੀ ਜੀ। ਬਾਕੀ ਕੇਸ ਕੱਟੂਗਾ, ਝਾੜੇਗਾ ਕੋਈ, ਫੇਰ ਹੀ ਬੋਦੀ ਬਣਾਏਗਾ ਜੀ। ਮਹਾਰਾਜ ਕਹਿੰਦੇ ਇਹ ਕੰਮ ਨਹੀਂ ਬਣਨਾ ਤੁਹਾਡਾ। ਕਹਿੰਦੇ ਮਹਾਰਾਜ ਅਸੀਂ ਛੱਡਣਾ ਨਹੀਂ। ਗੁਰੂ ਸਾਹਿਬ ਨੇ ਬੜੇ ਬਚਨ ਕੀਤੇ। ਮਹਾਰਾਜ ਕਹਿੰਦੇ ਸਾਡੀ ਗੱਲ ਮੰਨ ਲਓ, ਤੁਹਾਨੂੰ ਰਾਜ ਭਾਗ ਦੇਵਾਂਗੇ। ਆਖੋ ਸ੍ਰੀ ਵਾਹਿਗੁਰੂ। ਰਾਜ ਭਾਗ ਦਿਆਂਗੇ, ਹੋਰ ਤੁਹਾਡੇ ਰਾਜ ਭਾਗ ਵੱਡੇ ਹੋ ਜਾਣਗੇ। ਉਹ ਨਹੀਂ ਮੰਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਖੰਡੇ ਦੀ ਪੌਲ ਦੇ ਕੇ ਫਿਰ ਸਿੱਖ ਬਣਾਉਣੇ ਆ। ਉਹ ਕਹਿੰਦਾ ਮਹਾਰਾਜ ਸਾਰਾ ਕੁਝ ਠੀਕ ਹੈ, ਖੰਡੇ ਦੀ ਪੌਲ ਵੀ ਛਕ ਲਾਂਗੇ, ਪਰ ਕੇਸ ਵੀ ਕੱਟਾਂਗੇ ਤੇ ਧੋਤੀ ਵੀ ਪਾਵਾਂਗੇ। ਕਈ ਬੰਦਿਆਂ ਦਾ ਕੰਮ ਹੁੰਦਾ ਜੀ, ਉਹ ਕਹਿਣਗੇ ਵੀ ਤੁਹਾਡੇ ਹੀ ਆ, ਪਰ ਗੱਲ ਨਹੀਂ ਮੰਨਣਗੇ। ਆਖੋ ਵਾਹਿਗੁਰੂ। ਵਾਹਿਗੁਰੂ। ਹੁੰਦੇ ਸਾਡੇ ਹੀ ਨੇ, ਪਰ ਗੱਲ ਨਹੀਂ ਮੰਨਦੇ। ਜਦੋਂ ਗੱਲ ਨਹੀਂ ਮੰਨਦੇ ਫਿਰ ਕਾਹਦੇ ਸਾਡੇ ਹੋਏ ਜੀ। ਮਹਾਰਾਜ ਹੈ ਤੁਹਾਡੇ ਹੀ ਆ, ਪਰ ਕੇਸ ਵੀ ਕਟਾਉਣੇ ਆ ਤੇ ਸੱਚੇ ਪਾਤਸ਼ਾਹ ਅਸੀਂ ਧੋਤੀ ਵੀ ਨਹੀਂ ਛੱਡਣੀ। ਮਹਾਰਾਜ ਨੇ ਦੱਸਿਆ ਵੀ ਇਹ ਪਹਿਲਾਂ ਸਾਰੇ ਹੀ ਕਰਦੇ ਹੁੰਦੇ ਸੀ। ਉਹ ਕਹਿੰਦੇ ਮਹਾਰਾਜ ਜਨੇਊ ਵੀ ਪਾਉਣਾ।
ਅੰਮ੍ਰਿਤ ਵੀ ਛਕਣਾ। ਮਹਾਰਾਜ ਕਹਿੰਦੇ ਇੰਝ ਨਹੀਂ ਹੁੰਦਾ। ਸੰਗਤ ਜੀ ਕੋਈ ਵੀ ਕੰਮ ਹੈ ਨਾ, ਜਿੰਨਾ ਚਿਰ ਤੱਕ ਬੰਦਾ ਇੱਕ ਪਾਸੇ ਸਿੱਧਾ ਹੋ ਕੇ ਨਹੀਂ ਤੁਰਦਾ ਉਹਨਾਂ ਚਿਰ ਤੱਕ ਗੱਲ ਨਹੀਂ ਬਣਦੀ। ਕਹਿੰਦੇ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਬੰਦਾ ਡੁੱਬ ਜਾਂਦਾ। ਆਖੋ ਵਾਹਿਗੁਰੂ ਵਾਹਿਗੁਰੂ। ਉਹ ਡੁੱਬਦਾ ਹੀ ਡੁੱਬਦਾ ਜੀ, ਜਿਹਨੇ ਦੋ ਬੇੜੀਆਂ 'ਚ ਪੈਰ ਰੱਖਣਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹ ਕਹਿਣ ਲੱਗੇ ਵੀ ਮਹਾਰਾਜ ਅਸੀਂ ਸਿੱਖ ਵੀ ਬਣਾਂਗੇ, ਅਸੀਂ ਹਿੰਦੂ ਵੀ ਰਵਾਂਗੇ। ਮਹਾਰਾਜ ਕਹਿੰਦੇ ਹਿੰਦੂ ਮਾੜਾ ਨਹੀਂ ਹੈ, ਪਰ ਪੁਰਾਣੇ ਅਵਤਾਰਾਂ ਨੇ ਵੀ ਕੇਸ ਰੱਖੇ ਜੀ। ਕੋਈ ਫੋਟੋ ਕੱਢ ਦਿਓ ਜਿਹਦੇ 'ਚ ਸ਼੍ਰੀ ਰਾਮ ਚੰਦਰ ਜੀ ਦੀ ਕਟਿੰਗ ਹੋਵੇ ਜੀ। ਆ ਮੰਦਿਰ ਬਣਾਇਆ ਸ਼੍ਰੀ ਰਾਮ ਚੰਦਰ ਜੀ ਦਾ, ਬੜੀ ਵੱਡੀ ਮੂਰਤੀ ਲਾਈ ਹੈ, ਕੋਈ ਹੇਅਰ ਸਟਾਈਲ ਥੋੜੀ ਸੀਗਾ ਰਾਮ ਜੀ ਦਾ ਜੀ। ਜੂੜਾ ਜੀ ਉਹਨਾਂ ਦਾ ਜੂੜਾ। ਕੋਈ ਮੰਦਿਰ ਵਿਖਾ ਦਿਓ ਜਿਹਦੇ ਵਿੱਚ ਮੂਰਤੀ ਹੋਵੇ ਕ੍ਰਿਸ਼ਨ ਜੀ ਦੀ, ਤੇ ਉਸ ਕ੍ਰਿਸ਼ਨ ਜੀ ਦੀ ਮੂਰਤੀ ਦੇ ਕੇਸ ਹੀ ਨਾ ਹੋਣ ਜੀ। ਮੈਨੂੰ ਮਾਫ ਕਰਿਓ, ਮੈਂ ਸੱਚ ਦੱਸਦਾ, ਸਾਰੇ ਸਤਿਕਾਰਯੋਗ ਨੇ, ਪੂਜਨੀਕ ਨੇ, ਪਰ ਬਹੁਤ ਸਾਰੇ ਮੰਦਿਰਾਂ ਵਿੱਚ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਆਰਟੀਫੀਸ਼ਨਲ ਕੇਸ ਲਾਏ ਜਾਂਦੇ ਜੀ, ਨਕਲੀ ਵਾਲ ਲਾਏ ਜਾਂਦੇ ਜੀ। ਕੀ ਪਤਾ ਕਿਤੇ ਸਿਰ ਦੇ ਲੱਥੇ ਜੀ ਉਹ ਲਾ ਦਿੰਦੇ ਜੀ ਕ੍ਰਿਸ਼ਨ ਜੀ ਨੂੰ। ਹਾਂਜੀ, ਨਾਲੇ ਤੇ ਅਵਤਾਰ ਮੰਨਣਾ, ਨਾਲੇ ਉਹਨਾਂ ਨੂੰ ਨਕਲੀ ਵਾਲ ਲਾ ਦਿੰਦੇ ਜੀ। ਪਤਾ ਕਿਉਂ? ਕਿਉਂਕਿ ਵਾਲਾਂ ਤੋਂ ਬਗੈਰ, ਕੇਸਾਂ ਤੋਂ ਬਗੈਰ ਉਹਨਾਂ ਦਾ ਰੂਪ ਨਹੀਂ ਪੂਰਾ ਹੁੰਦਾ ਜੀ। ਕੇਸ ਚਾਹੀਦੇ ਆ। ਮਹਾਰਾਜ ਨੇ ਉਹਨਾਂ ਨੂੰ ਗੱਲ ਦੱਸੀ ਸਾਰੀ ਜੀ। ਮਹਾਰਾਜ ਕਹਿਣ ਲੱਗੇ ਵੀ ਗੱਲ ਸੁਣੋ ਧਿਆਨ ਨਾਲ। ਅੱਜ ਤੋਂ 2000 ਸਾਲ ਪਹਿਲਾਂ, ਆ ਜਿਹੜੇ ਕ੍ਰਿਸ਼ਨ ਜੀ ਹੋਏ 2000 ਸਾਲ ਪਹਿਲਾਂ ਨਹੀਂ ਹੋਏ ਜੀ। ਇਹ ਯੁੱਗ 'ਚ, ਪਹਿਲੇ ਯੁੱਗ 'ਚ ਹੋਏ ਆ ਜੀ। ਹੋਏ ਇਸੇ ਧਰਤੀ ਤੇ ਆ, ਦੁਆਪਰ ਯੁੱਗ 'ਚ ਹੋਏ ਜੀ। ਰਾਮ ਜੀ ਹੋਏ ਇਸੇ ਧਰਤੀ ਤੇ ਹੈ, ਤ੍ਰੇਤੇ ਯੁੱਗ ਵਿੱਚ ਹੋਏ ਜੀ। ਅੱਜ ਤੋਂ 2000 ਸਾਲ ਪਹਿਲਾਂ ਇੱਕ ਰਾਜਾ ਸੀਗਾ, ਉਹਦਾ ਨਾਮ ਸੀ ਨੰਦ। ਨੰਦ ਰਾਜਾ ਬਾਕੀ ਰਾਜਿਆਂ ਤੋਂ ਡਰਦਾ ਸੀਗਾ, ਪਰ ਉਹ ਹੈ ਸ਼ਸਤਰਧਾਰੀ ਸੀ। ਉਹਨੂੰ ਇਹ ਸੀ ਵੀ ਇਹ ਬ੍ਰਾਹਮਣਾਂ ਨੇ ਮੰਤਰ ਪੜ੍ਹੇ ਨਾ, ਜਦੋਂ ਬ੍ਰਾਹਮਣਾਂ ਨੇ ਮੰਤਰ ਪੜ੍ਹੇ ਤੇ ਬ੍ਰਾਹਮਣਾਂ ਦੇ ਮੰਤਰਾਂ 'ਚ ਇੰਨੀ ਸ਼ਕਤੀ ਆ ਵੀ ਮੈਨੂੰ ਸੁੱਤਿਆਂ ਨੂੰ ਸਵਾ ਸਕਦੇ ਆ, ਸਦਾ ਦੀ ਮੌਤ ਨੀਂਦੇ ਸਵਾ ਸਕਦੇ ਆ। ਮਹਾਰਾਜ ਕਹਿੰਦੇ ਉਹਨੇ ਕਿਸੇ ਨੂੰ ਰਾਹ ਪੁੱਛਿਆ ਵੀ ਦੱਸੋ ਮੇਰਾ ਬਚਾਅ ਕਿਵੇਂ ਹੋਵੇ, ਵੀ ਕੋਈ ਰਾਜਾ ਇੰਝ ਨਹੀਂ ਮੈਨੂੰ ਮਾਰੇਗਾ, ਜੇ ਹੁਣ ਮਾਰੇਗਾ ਤੇ ਬ੍ਰਾਹਮਣ ਦੇ ਮੰਤਰਾਂ ਦੇ ਨਾਲ ਹੀ ਮਰਾਂਗਾ ਮੈਂ, ਜਾਂ ਆਪਣੀ ਮੌਤ ਮਰਾਂਗਾ। ਕਿਸੇ ਨੇ ਦੱਸਿਆ ਜੀ ਜੇ ਇਹਨਾਂ ਦੇ ਸਿਰ ਦੇ ਵਾਲ ਕੱਟ ਦਈਏ ਨਾ, ਇਹਨਾਂ ਦਾ ਸਰੂਪ ਅਧੂਰਾ ਹੋ ਜਾਣਾ। ਜਦੋਂ ਇਹਨਾਂ ਦਾ ਸਰੂਪ ਹੀ ਅਧੂਰਾ ਹੋ ਗਿਆ, ਇਹ ਆਪ ਅਧੂਰੇ ਹੋ ਗਏ, ਜਿੰਨੇ ਮਰਜ਼ੀ ਮੰਤਰ ਪੜ੍ਹੀ ਜਾਣ ਅਸਰ ਨਹੀਂ ਹੋਣਾ। ਆਖੋ ਸ੍ਰੀ ਵਾਹਿਗੁਰੂ। ਉਹਨੇ ਫਿਰ ਵੇਦਾਂ ਦੇ ਵਿੱਚ ਪਹਿਲਾਂ ਤੇ ਕੁਝ ਬ੍ਰਾਹਮਣਾਂ ਨੂੰ ਲਾਲਚ ਦੇ ਕੇ ਕੇਸ ਕੱਟੇ ਮਹਾਰਾਜ ਕਹਿੰਦੇ, ਫਿਰ ਗ੍ਰੰਥਾਂ ਦੇ ਵਿੱਚ ਉਹੋ ਜਿਹੇ ਸ਼ਲੋਕ ਲਿਖਵਾ ਦਿੱਤੇ ਵੀ ਬੰਦਾ ਕੇਸ ਵੀ ਕੱਟ ਸਕਦਾ ਹੈ। ਇਹਨਾਂ ਦੀ ਬਹੁਤੀ ਵੱਡੀ ਗੱਲ ਨਹੀਂ ਹੈਗੀ। ਜਦੋਂ ਬੰਦੇ ਹੀ ਅਧੂਰੇ ਹੋ ਗਏ, ਜਪ ਤਪ ਵੀ ਫਿਰ ਉਹ ਪੂਰਾ ਕਰਦੇ ਤੇ ਗੱਲ ਨਹੀਂ ਬਣਦੀ ਜੀ। ਉਹ ਫਿਰ ਆਨੰਦ ਰਾਜਾ ਆਪਣੀ ਮੌਤੇ ਮਰਿਆ ਸੀ, ਕਿਸੇ ਦੀ ਚਾਲ ਨਾਲ ਨਹੀਂ ਸੀ ਮਰਿਆ। ਮਹਾਰਾਜ ਕਹਿੰਦੇ ਇਹ ਕੇਸ ਕਟਾਉਣ ਦਾ ਕੰਮ ਉਦੋਂ ਦਾ ਤੁਰਿਆ ਜੀ। ਇਹ ਜਿਹੜਾ ਰੂਪ ਤੁਸੀਂ ਮੇਰਾ ਵੇਖ ਰਹੇ ਹੋ, ਭਾਈ ਸਾਹਿਬ ਦਾ ਵੇਖ ਰਹੇ ਹੋ, ਤੁਹਾਡਾ ਆਪਣਾ ਰੂਪ ਹੈ। ਇਹ ਸਾਡਾ ਤੁਹਾਡਾ ਰੂਪ ਨਹੀਂ ਹੈ, ਇਹ ਅਕਾਲ ਪੁਰਖ ਜੀ ਦਾ ਰੂਪ ਹੈ। ਇਹ ਅਕਾਲ ਪੁਰਖ ਜੀ ਦਾ ਰੂਪ ਹੈ। ਜਦੋਂ ਰੱਬ ਵੀ ਸਰੀਰ ਧਾਰਨ ਕਰਕੇ ਆਇਆ ਨਾ ਜੀ, ਤੇ ਰੱਬ ਵੀ ਪੱਗ ਬੰਨ੍ਹ ਕੇ ਆਇਆ ਤੇ ਦਾੜੀ ਵਾਲਾ ਆਇਆ ਜੀ। ਰੱਬ ਵੀ ਲੰਮੇ ਵਾਲਾਂ ਵਾਲਾ ਆਇਆ ਜੀ। ਗੁਰਬਾਣੀ 'ਚ ਜ਼ਿਕਰ ਆਉਂਦਾ ਜੀ, ਖੂਬ ਤੇਰੀ ਪਗਰੀ ਮਿੱਠੇ ਤੇਰੇ
ਬੋਲ ਕਹਿੰਦੇ ਤੇਰੀ ਪੱਗ ਵੀ ਬੜੀ ਸੋਹਣੀ ਤੇ ਤੇਰੇ ਬੋਲ ਵੀ ਬੜੇ ਮਿੱਠੇ ਜੀ। ਰੱਬ ਦਾ ਸੁਭਾਅ, ਇਹਦਾ ਮਤਲਬ ਰੱਬ ਪੱਗ ਬੰਨ੍ਹਦਾ ਜੀ। ਦੂਜਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਰੱਬ ਤੇਰਾ ਨੱਕ ਵੀ ਬੜਾ ਸੋਹਣਾ, ਤੇਰੇ ਵਾਲ ਵੀ ਬੜੇ ਲੰਮੇ ਆ। ਸੋ ਇਹ ਵਾਹਿਗੁਰੂ ਨੇ ਸਾਨੂੰ ਰੂਪ ਬਖਸ਼ਿਆ ਗੁਰਮੁਖੋ। ਇਹਦੇ ਵਿੱਚ ਛੇੜਖਾਨੀ ਜਿਹੜਾ ਕਰੇਗਾ ਉਹ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੈਗਾ ਜੀ। ਪਰਮੇਸ਼ਰ ਨੇ ਰੂਪ ਬਖਸ਼ਿਆ, ਬਾਣੀ ਨੇ ਤੇ ਬੜਾ ਸਖਤ ਬਚਨ ਵੀ ਕੀਤਾ। ਸਾਬਤ ਸੂਰਤ ਰੱਬ ਦੀ, ਆ ਜਿਹੜੀ ਸੂਰਤ ਹੈ ਨਾ, ਇਹ ਕਿਹਦੀ ਹੈ ਸੂਰਤ ਭਲਾ? ਰੱਬ ਦੀ। ਸਾਬਤ ਸੂਰਤ, ਬੋਲੋ, ਸਾਬਤ ਸੂਰਤ ਰੱਬ ਦੀ। ਕਿਸੇ ਅਵਤਾਰ, ਕਿਸੇ ਪੀਰ ਦਾ ਨਾਮ ਹੀ ਨਹੀਂ ਲਿਆ ਬਾਣੀ ਨੇ, ਸਿੱਧੀ ਅਕਾਲ ਪੁਰਖ ਦੀ ਗੱਲ ਕਰਦੀ। ਸਾਬਤ ਸੂਰਤ ਭੰਨੇ ਬੇਈਮਾਨ, ਤੇ ਜਿਹੜਾ ਵਿਗਾੜ ਲੇ, ਛੇਵ ਕਰਾ ਲੇ, ਕਹਿੰਦੇ ਉਹ ਬੇਈਮਾਨ ਹੈ। ਮੈਂ ਨਹੀਂ ਕਹਿ ਰਿਹਾ, ਜਿਨ੍ਹਾਂ ਦੇ ਚਰਨਾਂ 'ਚ ਬੈਠੇ ਇਹ ਕਹਿ ਰਹੇ ਨੇ। ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਸਾਨੂੰ। ਮਹਾਰਾਜ ਨੇ ਉਹਨਾਂ ਨੂੰ ਸਮਝਾਇਆ। ਮਹਾਰਾਜ ਕਹਿਣ ਲੱਗੇ ਇਹ ਸਭ ਤੋਂ ਵਧੀਆ ਭੇਖ ਹੈ, ਕੇਸ। ਇੱਕ ਡਾਕਟਰ ਹੈ ਬੀਬੀ, ਉਹਨੇ ਮੈਨੂੰ ਇੱਕ ਬੜੀ ਵਧੀਆ ਗੱਲ ਸੁਣਾਈ। ਉਹ ਕਹਿੰਦੀ ਵੀ ਜੇ ਇੱਥੇ ਜੂੜਾ ਹੋਏ ਨਾ, ਤੁਹਾਡੇ ਕੇਸਾਂ ਦਾ ਜੂੜਾ ਹੋਵੇ ਇੱਥੇ, ਤੇ ਜਦੋਂ ਤੁਸੀਂ ਮੈਡੀਟੇਸ਼ਨ ਕਰੋਗੇ ਨਾ, ਸਾਧਨਾ ਕਰੋਗੇ, ਮਨ ਜੋੜੋਗੇ, ਉਹ ਚੰਗੀਆਂ ਕਿਰਨਾਂ ਨੂੰ ਖਿੱਚੇਗਾ ਜੂੜਾ। ਜੂੜਾ ਚੰਗੀਆਂ ਕਿਰਨਾਂ ਨੂੰ ਖਿੱਚੇਗਾ। ਮੈਂ ਤਾਂ ਸਿੰਘਾਂ ਦੇ ਬਚਨ ਸੁਣ ਸੁਣੀ ਹੈਰਾਨ ਹੁੰਦਾ ਰਹਿਣਾ। ਮਹਾਰਾਜ ਨੇ ਲੱਕੜ ਦਾ ਕੰਘਾ ਦੇ ਦਿੱਤਾ ਨਾ ਲਾਉਣ ਵਾਸਤੇ, ਲਾਇਆ, ਵੇਖ ਲਓ ਕਈ ਅੰਮ੍ਰਿਤਧਾਰੀ ਵੀ ਨਹੀਂ ਚਲਾਉਂਦੇ। ਆਖੋ ਵਾਹਿਗੁਰੂ, ਭੁੱਲ ਜਾਂਦੇ। ਕਹਿੰਦੇ ਪੁੱਛੀਦਾ ਵੀ ਕੰਘਾ ਕਿੱਥੇ ਤੁਹਾਡਾ? ਅਖੇ ਜੀ ਉਹ ਕੇਸ ਵਾਏ ਹੀ ਭੁੱਲ ਗਏ ਆ। ਇੱਥੇ ਜੇ ਕੰਘਾ ਲੱਗਾ ਨਾ, ਕਹਿੰਦੇ ਸਿਰ ਦਾ ਕੈਂਸਰ ਨਹੀਂ ਹੁੰਦਾ ਉਹਨੂੰ, ਉਹ ਬੰਦਾ ਬਿਜਲੀ ਪੈਣ ਤੋਂ ਵੀ ਬਚ ਜਾਂਦਾ। ਉਹ ਐਵੇਂ ਥੋੜੀ ਸਾਨੂੰ ਸਤਿਗੁਰਾਂ ਨੇ ਦਿੱਤੇ ਜੀ। ਇਹਨਾਂ ਦਾ ਬੜਾ ਵੱਡਾ ਤਾਤਪਰਜ ਹੈ, ਇਹਨਾਂ ਦਾ ਬੜਾ ਵੱਡਾ ਸਿਧਾਂਤ ਹੈ। ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਭੀਮ ਚੰਦ ਨੂੰ, ਨਾਲ ਦੇ ਰਾਜਿਆਂ ਨੂੰ ਵੀ ਅਸੀਂ ਛਕਾਉਣੀ ਖੰਡੇ ਬਾਟੇ ਦੀ ਪੌਲ, ਤੇ ਤੁਸੀਂ ਖੰਡੇ ਬਾਟੇ ਦੀ ਪੌਲ ਛਕ ਲਓ, ਤੁਹਾਡਾ ਰਾਜ ਭਾਗ ਵੱਡਾ ਕਰ ਦਿਆਂਗੇ। ਤੇ ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਜੇ ਇੰਨਾ ਚੰਗਾ ਭੇਸ ਚੰਗਾ ਨਹੀਂ ਲੱਗਦਾ ਤਾਂ ਫਿਰ ਤੁਸੀਂ ਉਵੇਂ ਹੀ ਕਰੋ, ਫਿਰ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ। ਸੁਤੰਤਰ ਵੀ ਕਰਤਾ ਬੰਦੇ ਨੂੰ ਮਹਾਰਾਜ ਨੇ। ਗੁਰੂ ਦਾ ਕੰਮ ਹੈ ਗਿਆਨ ਦੇਣਾ, ਦੱਸਣਾ, ਬੰਦਿਆ ਇਸ ਰਸਤੇ ਤੁਰੇਗਾ ਤੇਰਾ ਭਲਾ ਹੋ ਜਾਏਗਾ। ਬੰਦਾ ਕਹੇ ਨਹੀਂ, ਗੱਡੀ ਦੇਤੀ ਵਾਹਿਗੁਰੂ ਜੀ ਨੇ ਸਾਨੂੰ, ਤੇ ਰਾਹ ਵੀ ਪਤਾ ਵੀ ਆ ਰਾਹ ਹਰਿਮੰਦਰ ਸਾਹਿਬ ਜਾਂਦਾ। ਆਖੇ ਜੀ ਨਹੀਂ ਮੈਂ ਤੇ ਪੱਬ 'ਚ ਹੀ ਜਾਣਾ, ਤਾਂ ਫਿਰ ਬੇੜਾ ਗਰਕ ਹੀ ਹੋਏਗਾ। ਤੇ ਜੇ ਗੱਡੀ ਚੁੱਕੀ ਤੇ ਗਿਆ ਹਰਿਮੰਦਰ ਸਾਹਿਬ, ਪੱਬ ਜਲ ਤੋਂ ਪਾਰ ਹੋ ਜਾਏਗਾ। ਇਸ ਕਰਕੇ ਮਹਾਰਾਜ ਉਸ ਰਾਜੇ ਨੂੰ ਸਮਝਾ ਰਹੇ ਆ। ਮੈਂ ਸਮਾਂ ਜ਼ਿਆਦਾ ਨਾ ਲਾਵਾਂ, ਕਥਾ ਦਾ ਸਮਾਂ ਥੋੜਾ ਰਹਿ ਜਾਣਾ। ਲੜੀਵਾਰ ਕਥਾ ਅੱਗੇ ਹੀ ਬੜਾ ਨਾਗੇ ਜੇ ਪਏ ਆਪਣੇ। ਬਾਹਰ ਦੀਆਂ ਸੰਗਤਾਂ ਤੋਂ ਵੀ ਮੈਂ ਮਾਫੀ ਮੰਗਦਾ ਭਾਈ। ਨਾਲ ਮੰਜੀ ਸਾਹਿਬ ਵੀ ਕਥਾ ਕਰਨੀ ਹੁੰਦੀ ਹੈ, ਕਈ ਵਾਰੀ ਥੱਕ ਜਾਈਦਾ। ਅਰਦਾਸ ਕਰਿਓ ਮੈਂ ਥੱਕਿਆ ਨਾ ਕਰਾਂ, ਮੇਰੀ ਸਿਹਤ ਚੜ੍ਹਦੀ ਕਲਾ 'ਚ ਰਵੇ। ਮੈਂ ਥੱਕਿਆ ਨਾ ਕਰਾਂ ਤੇ ਕਥਾ ਭੱਜਾ ਹੀ ਆਵਾਂ ਤੇ ਕਥਾ ਕਰਾਂ ਬੜੇ ਪਿਆਰ ਨਾਲ।
ਵਿਘਨ ਵੀ ਲੱਗ ਜਾਂਦਾ ਜੀ। ਕਿਉਂ ਅਸੀਂ ਕਿਹੜੇ ਬ੍ਰਹਮ ਗਿਆਨੀ ਰੱਬ ਦੇ ਪਿਆਰੇ ਹੈਗੇ ਹਾਂ ਜੀ, ਅਸੀਂ ਤੇ ਧੰਦੇ ਵਾਲੇ ਬੰਦੇ ਹੈਗੇ ਹਾਂ ਜੀ। ਹਾਂਜੀ, ਜਿੰਨੇ ਜ਼ਿਆਦਾ ਪੈਸੇ ਦੇ ਤੇ ਅਸੀਂ ਉਧਰ ਕਥਾ ਕਰ ਆਉਣੀ ਜਾ ਕੇ ਜੀ। ਅਰਦਾਸ ਕਰਿਆ ਕਰੋ, ਮੈਂ ਥੱਕਿਆ ਨਾ ਕਰਾਂ, ਭੱਜਾ ਹੀ ਆਵਾਂ, ਕਥਾ ਕਰਾਂ। ਮਹਾਰਾਜ ਸੱਚੇ ਪਾਤਸ਼ਾਹ ਸਿਹਤ ਰਾਜੀ ਖੁਸ਼ੀ ਰੱਖਣ। ਲੜੀਵਾਰ ਕਥਾ ਸੁਣੋ, ਤੁਸੀਂ ਕਹਿਣਾ ਫਿਰ ਆਪਣੀ ਗੱਲ ਛੇੜ ਕੇ ਬਹਿ ਗਿਆ, ਕਥਾ ਨਹੀਂ ਫਿਰ ਤੋਰੀ ਇਹਨੇ। ਆਓ ਕਥਾ ਸੁਣੀਏ। ਸਤਨਾਮ ਸ੍ਰੀ ਵਾਹਿਗੁਰੂ। ਗੱਜ ਕੇ ਆਖੋ ਸਤਨਾਮ ਸ੍ਰੀ ਗੁਰੂ ਸਾਹਿਬ ਜੀ। ਦੋਹਰਾ ਕਿਰਤ ਕਰਤ ਚਾਰੋ ਬਰਨ, ਬਨ ਤੁਰਕਨ ਤੇ ਦੀਨ। ਮਹਾਰਾਜ ਭੀਮ ਚੰਦ ਰਾਜੇ ਨੂੰ ਕਹਿ ਰਹੇ, ਮਹਾਰਾਜ ਕਹਿੰਦੇ ਰਾਜੇ ਚਾਰੇ ਵਰਨ, ਬ੍ਰਾਹਮਣ ਵੀ, ਖੱਤਰੀ ਵੀ, ਵੈਸ਼ ਵੀ ਤੇ ਸ਼ੂਦਰ ਵੀ ਇਸ ਸਮੇਂ ਕਿਰਤ ਕਰ ਰਹੇ ਆ ਤੇ ਤੁਰਕਾਂ ਦੇ ਅਧੀਨ ਨੇ। ਤੁਰਕ ਆਪਣੀ ਮਰਜ਼ੀ ਨਾਲ ਚਲਾ ਰਹੇ ਨੇ ਸਾਰਿਆਂ ਨੂੰ। ਉਸ ਸਮੇਂ ਦੀ ਗੱਲ ਕਰ ਰਹੇ ਮਹਾਰਾਜ ਰਾਜਿਆਂ ਨਾਲ। ਹਾਂਜੀ। ਤਿਨ ਕੋ ਪਾਹੁਲ ਦੇਹ ਹਮ, ਛਿਤ ਪਤ ਕਰਹਿ ਪ੍ਰਬੀਨ। ਇਹ ਵਿਚਾਰੇ ਨੀਵੇਂ ਬਣ ਗਏ ਸਾਰੇ। ਸਤਿਗੁਰੂ ਕਹਿਣ ਲੱਗੇ ਮੈਂ ਸਾਰਿਆਂ ਨੂੰ ਹੀ ਅੰਮ੍ਰਿਤ ਦੀ ਦਾਤ ਦੇ ਦੇਣੀ ਹੈ। ਬ੍ਰਾਹਮਣਾਂ ਨੂੰ ਵੀ, ਸ਼ੂਦਰਾਂ ਨੂੰ ਵੀ, ਵੈਸ਼ ਨੂੰ ਵੀ, ਖੱਤਰੀਆਂ ਨੂੰ ਵੀ, ਸਾਰਿਆਂ ਨੂੰ ਅੰਮ੍ਰਿਤ ਛਕਾ ਦੇਣਾ। ਤੇ ਮਹਾਰਾਜ ਕਹਿਣ ਲੱਗੇ ਫਿਰ ਅਸੀਂ ਇਹਨਾਂ ਨੂੰ ਧਰਤੀ ਦੇ ਰਾਜੇ ਬਣਾਉਣਾ ਹੈ। ਵੇਖੋ ਜੀ, ਹਰ ਮਾਂ ਪਿਓ ਆਪਣੇ ਬੱਚੇ ਬਾਰੇ ਸੋਚਦਾ ਜੀ, ਵੀ ਮੈਂ ਆਪਣੇ ਬੱਚੇ ਨੂੰ ਇੱਥੇ ਸੈੱਟ ਕਰਨਾ। ਹਾਂਜੀ, ਮੈਂ ਆਪਣੇ ਪੁੱਤ ਨੂੰ ਇੱਥੇ ਸੈੱਟ ਕਰਨਾ, ਮੈਂ ਆਪਣੀ ਧੀ ਨੂੰ ਇੱਥੇ ਸੈੱਟ ਕਰਨਾ। ਮਹਾਰਾਜ ਵੀ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਸੈੱਟ ਕਰਨਾ। ਤੁਸੀਂ ਕਹੋਗੇ ਵੀ ਚਲੋ ਇੰਗਲੈਂਡ ਕੈਨੇਡਾ ਬੱਚੇ ਘੱਲ ਦਾਂਗੇ, ਉੱਥੇ ਸੈੱਟ ਹੋ ਜਾਣਗੇ। ਵੱਡੇ ਕੀ ਵੱਡੀ ਵਡਿਆਈ, ਗੁਰੂ ਗੋਬਿੰਦ ਸਿੰਘ ਜੀ ਵੱਡੇ ਆ, ਉਹ ਇਹ ਨਹੀਂ ਕਹਿੰਦੇ ਵੀ ਮੈਂ ਬਾਹਰਲੇ ਦੇਸ਼ ਭੇਜਣੇ ਆ। ਮਹਾਰਾਜ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਜਿਹੜੇ ਅੰਮ੍ਰਿਤ ਛਕਣਗੇ ਉਹਨਾਂ ਨੂੰ ਰਾਜੇ ਹੀ ਬਣਾ ਦੇਣਾ ਹੈ। ਰਾਜੇ ਹੀ ਸਿੱਧਾ ਬਣਾ ਦੇਣਾ ਜੀ ਉਹਨਾਂ ਨੂੰ। ਹਾਂਜੀ। ਚੌਪਈ ਸ਼ੁਭਕ੍ਰਿਤ ਬਿਨ ਬਲਹੀਨ ਅਨਾਥਾ। ਹਾਂਜੀ। ਹਮ ਧਰ ਤਿਨ ਮਾਥੇ ਪਰ ਹਾਥਾ। ਹਮ ਧਰ ਤਿਨ ਮਾਥੇ ਪਰ ਹਾਥਾ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਵਿਚਾਰੇ ਇਸ ਸਮੇਂ ਦੁਨੀਆ ਤੇ ਬਿਲਕੁਲ ਬਲਹੀਣ ਜਿਹੇ ਹੋਏ ਪਏ ਆ, ਸਤਿਗੁਰੂ ਕਹਿੰਦੇ ਅਸੀਂ ਉਹਨਾਂ ਦੇ ਮੱਥੇ ਤੇ ਹੱਥ ਧਰ ਦੇਣਾ, ਭਾਵ ਉਹਨਾਂ ਦੇ ਸਿਰ ਤੇ ਹੱਥ ਰੱਖਾਂਗੇ। ਵੇਖੋ ਐਵੇਂ ਥੋੜੀ ਗੁਰੂ ਨੂੰ ਗਰੀਬ ਨਵਾਜ ਕਹਿੰਦੇ ਆ। ਜਿਹਨੂੰ ਕੋਈ ਨਹੀਂ ਪੁੱਛਦਾ ਉਹਨੂੰ ਗੁਰੂ ਪੁੱਛਦਾ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਅਸੀਂ ਉਹਨਾਂ ਬੰਦਿਆਂ ਨੂੰ ਅੱਗੇ ਲਿਆਵਾਂਗੇ ਜਿਹੜੇ ਬਿਲਕੁਲ ਅਨਾਥ ਨੇ, ਉਹਨਾਂ ਦੇ ਸਿਰ ਤੇ ਹੱਥ ਰੱਖਾਂਗੇ। ਹਾਂਜੀ। ਤੁਰਕਨ ਕੋ ਦੇ ਤੁਰਤ ਤੁਰਾਈ। ਤੁਰਕਾਂ ਨੂੰ ਤੇ ਖਤਮ ਹੀ ਕਰ ਦੇਣਾ ਮਹਾਰਾਜ ਕਹਿੰਦੇ ਇੱਥੋਂ। ਹਾਂਜੀ। ਮੁਗਲ ਝਮੂ ਦੇ ਗਰਦ ਮਿਲਾਈ। ਆ ਜਿਹੜੀ ਮੁਗਲਾਂ ਦੀ ਸੈਨਾ ਵੀ ਹੈ ਨਾ, ਮਿੱਟੀ 'ਚ ਮਿਲਾ ਦੇਣੀ ਕਹਿਣ ਲੱਗੇ। ਦਸਵੇਂ ਪਾਤਸ਼ਾਹ ਬਚਨ ਕਰਨ ਦੇ ਆ ਤੇ ਭੀਮ ਚੰਦ ਰਾਜਾ ਤੇ ਨਾਲ ਦੇ ਰਾਜੇ ਸੁਣ ਰਹੇ ਨੇ ਜੀ। ਹਾਂਜੀ। ਸਿਵਕਾ ਘੋਰੇ ਗਜ ਅੰਬਾਰੀ। ਮਹਾਰਾਜ ਕਹਿੰਦੇ ਜਿਹੜੇ ਪਾਲਕੀਆਂ ਤੇ ਚੜੇ ਆ, ਘੋੜੇ ਆ ਜਿਨ੍ਹਾਂ ਕੋਲ, ਹਾਥੀ ਆ, ਅੰਬਾਰੀਆਂ ਹਨ, ਤੰਬੂ ਭੇਰ ਦਮਾਮੇ ਭਾਰੀ। ਜਿਨ੍ਹਾਂ ਰਾਜਿਆਂ ਕੋ, ਤੁਰਕਾਂ ਕੋ ਬੜੇ ਬੜੇ ਸ਼ਮਿਆਨੇ ਨੇ, ਦਮਾਮੇ ਨੇ, ਭੇਰੀਆਂ ਨੇ, ਇਹ ਜੰਗੀ ਸਾਜ਼ ਨੇ ਸਾਰੇ। ਹਾਂਜੀ। ਰੂਪਾ ਕੰਚਨ ਬਜਰ ਖਜ਼ਾਨਾ। ਜਿਨ੍ਹਾਂ ਕੋ ਸੋਨਾ ਚਾਂਦੀ ਹੈ, ਜਿਨ੍ਹਾਂ ਕੋ ਬੜਾ ਬੜਾ ਖਜ਼ਾਨਾ ਹੈ। ਰਾਜ ਸਾਜ ਓਰੇ ਬਿਦਨਾਨਾ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਕੋ ਬਹੁਤ ਰਾਜ ਸਾਜ ਹੈਗਾ ਸੀਗਾ, ਰਾਜ ਸਾਜ ਔਰੰਗਜ਼ੇਬ ਕੋ ਜੀ। ਹਾਂਜੀ। ਹੁਕਮ ਚਲਤ ਹੈ ਜੈ ਕਹਿ ਜਿਨ ਕੋ। ਜਿਨ੍ਹਾਂ ਦਾ ਹਰ ਥਾਂ ਦੇ ਉੱਤੇ ਹੁਕਮ ਚੱਲਦਾ ਜੀ। ਸਾਰੇ ਦੇਸ਼ 'ਚ ਰਾਜੇ ਦਾ ਹੁਕਮ ਚੱਲਦਾ ਸੀ, ਬਾਦਸ਼ਾਹ, ਤੁਰਕ ਬਾਦਸ਼ਾਹ ਦਾ ਜੀ। ਹਾਂਜੀ। ਖੋਜਿਓ ਖੋਜ ਨ ਪਾਵੈ ਤਿਨ ਕੋ। ਵਾਹ ਵਾਹ ਵਾਹ, ਆਖੋ ਵਾਹਿਗੁਰੂ। ਜਿਹਦੇ ਕੋਲ ਪਾਲਕੀਆਂ ਨੇ, ਘੋੜੇ ਐ, ਹਾਥੀ ਐ, ਸ਼ਮਿਆਨੇ ਐ, ਨਗਾਰੇ ਐ, ਸੋਨਾ ਹੈ, ਚਾਂਦੀ ਹੈ, ਖਜ਼ਾਨਾ ਹੈ, ਰਾਜ ਹੈ, ਸਾਜ ਹੈ, ਜਿਹਦਾ ਹੁਕਮ ਚੱਲਦਾ। ਮਹਾਰਾਜ ਕਹਿੰਦੇ ਰਾਜਿਓ ਵੇਖਿਓ, ਇੱਕ ਦਿਨ ਇੱਥੇ ਉਹਨਾਂ ਦਾ ਨਾਮ ਹੀ ਨਹੀਂ ਲੱਭਣਾ।
ਨਾਮ ਹੀ ਨਹੀਂ ਲੱਭੇਗਾ ਉਹਨਾਂ ਦਾ। ਹਾਂਜੀ। ਭੀਮ ਚੰਦ ਸੁਨ ਮਨ ਅਚੰਬਾ। ਭੀਮ ਚੰਦ ਜਦੋਂ ਗੱਲਾਂ ਸੁਣੀ ਗਿਆ ਤਾਂ ਉਦੋਂ ਤੇ ਜ਼ੋਰ ਸੀਗਾ ਜੀ ਔਰੰਗਜ਼ੇਬ ਦਾ। ਉਹ ਬੜਾ ਹੈਰਾਨ ਜਿਹਾ ਹੋਏ ਵੀ ਇਹ ਮਹਾਰਾਜ ਕਿਹੜੀਆਂ ਗੱਲਾਂ ਕਰੀ ਜਾਂਦੇ ਆ। ਇਹ ਗੱਲਾਂ ਤਾਂ ਸੋਚਣੀਆਂ ਵੀ ਕਿਸੇ ਵਾਸਤੇ ਔਖੀਆਂ ਹੈ ਵੀ ਔਰੰਗਜ਼ੇਬ ਦਾ ਰਾਜ ਹੀ ਖਤਮ ਹੋ ਜਾਏਗਾ। ਸੋਚ ਵੀ ਨਹੀਂ ਕੋਈ ਸਕਦਾ। ਮਹਾਰਾਜ ਆਉਣ ਵਾਲੇ ਸਮੇਂ ਦੀਆਂ ਗੱਲਾਂ ਕਰ ਰਹੇ ਸਨ। ਹਾਂਜੀ। ਕਹਿਣ ਲੱਗਿਓ ਇਹ ਬਾਤ ਅਸੰਭਾ। ਤੇ ਭੀਮ ਚੰਦ ਰੋਕ ਨਾ ਸਕਿਆ ਆਪਣੇ ਆਪ ਨੂੰ। ਮਹਾਰਾਜ ਨੂੰ ਕਹਿੰਦਾ ਇਹ ਹੋ ਹੀ ਨਹੀਂ ਸਕਦਾ। ਇਹ ਜੋ ਤੁਸੀਂ ਕਹਿ ਰਹੇ ਹੋ ਇਹ ਅਸੰਭਵ ਹੈ। ਇਹ ਸੰਭਵ ਨਹੀਂ ਹੈ ਮਹਾਰਾਜ, ਐਸਾ ਨਹੀਂ ਹੋ ਸਕਦਾ। ਇੱਕ ਇੱਕ ਛਾਂਗ ਲੇਤ ਇੱਕ ਖਾਹੀ। ਮਹਾਰਾਜ ਇਹ ਤੁਰਕ ਕੱਲਾ ਕੱਲਾ ਤੁਰ ਕੇ ਇੱਕ ਇੱਕ ਬੱਕਰਾ ਖਾ ਜਾਂਦਾ ਮਹਾਰਾਜ। ਐਡੇ ਐਡੇ ਤਗੜੇ ਨੇ। ਹਾਂਜੀ। ਵੇਤੇ ਸ਼ਸਤਰਨ ਵਿਦਿਆ ਮਾਹੀ। ਫਿਰ ਹਥਿਆਰ ਚਲਾਉਣ ਦੀ ਵਿੱਦਿਆ ਬੜੀ ਆ ਇਹਨਾਂ ਦੇ ਕੋਲ। ਸ਼ਸਤਰ ਵਿੱਦਿਆ ਦੇ ਗਿਆਨੀ ਨੇ। ਹਾਂਜੀ। ਬਲ ਦੀਰਘ ਅਰ ਬੁੱਧ ਮਹਾਨੇ। ਤਾਕਤ ਵੀ ਬੜੀ ਹੈ, ਰਾਜ ਵੀ ਇਹਨਾਂ ਦਾ ਤੇ ਬੁੱਧੀ ਵੀ ਬੜੀ ਇਹਨਾਂ ਕੋਲ। ਰਾਜ ਸਾਜ ਗਿਣਤੀ ਨਹਿ ਜਾਣੇ। ਵੀ ਰਾਜ ਸਾਜ ਦਾ ਤੇ ਪਤਾ ਹੀ ਨਹੀਂ ਕਿੱਡਾ ਵੱਡਾ ਰਾਜ ਹੈ ਇਹਨਾਂ ਦਾ। ਮਹਾਰਾਜ ਜਿਵੇਂ ਤੁਸੀਂ ਕਹਿ ਰਹੇ ਹੋ ਐਵੇਂ ਨਹੀਂ ਹੋ ਸਕਦਾ। ਹਾਂਜੀ। ਬਾਜ ਸਮਾਨ ਜੁਧ ਮਹਿਮਾਨੀ। ਤੇ ਬਾਜ ਵਰਗੀ ਨਿਗਾਹ ਹੈ ਇਹਨਾਂ ਦੀ। ਬਾਜ ਦੂਰੋਂ ਹੀ ਵੇਖ ਲੈਂਦਾ ਜੀ ਕਿੱਥੇ ਕੀ ਪਿਆ। ਕਹਿੰਦਾ ਇਹ ਬਾਜ ਵਰਗੇ ਨੇ ਯੁੱਧ ਵਿੱਚ। ਹਾਂਜੀ। ਚਤੁਰ ਵਰਨ ਚਟਕਾ ਸਮਝਾਨੀ। ਤੇ ਇਹ ਜਿਹੜੇ 4 ਵਰਗ ਨੇ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਤੁਸੀਂ ਕਹਿੰਦੇ ਅਸੀਂ ਸਾਰਿਆਂ ਨੂੰ ਅੰਮ੍ਰਿਤ ਦੇ ਕੇ ਮਹਾਨ ਬਣਾ ਦੇਣਾ। ਇਹਨਾਂ 4 ਵਰਗਾਂ ਨੂੰ ਤੁਰਕ ਚਿੜੀਆਂ ਜਾਣਦੇ, ਚਿੜੀਆਂ। ਤੇ ਤੁਸੀਂ ਕਹਿੰਦੇ ਇਹਨਾਂ ਨੂੰ ਰਾਜੇ ਬਣਾਉਣਾ। ਇਹ ਤਾਂ ਚਿੜੀਆਂ ਨੇ ਵਿਚਾਰੇ ਸਾਰੇ। ਹਾਂਜੀ। ਤਿੰਨ ਤੇ ਸੋ ਕਿਮ ਦੇਹੋ ਤੁਰਾਈ। ਤੇ ਮਹਾਰਾਜ ਤੁਸੀਂ ਕਹਿੰਦੇ ਤੜਾ ਹੀ ਦੇਣੇ, ਤੁਰਕ ਖਤਮ ਕਰ ਦੇਣੇ, ਲੜਾਉਣਾ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਤੁਰਕਾਂ ਨਾਲ ਸਿੱਖਾਂ ਨੂੰ। ਮਹਾਰਾਜ ਇਹ ਚਿੜੀਆਂ ਵਿਚਾਰੀਆਂ ਕੀ ਕਰਨਗੀਆਂ। ਹਾਂਜੀ। ਇਹ ਨਿਸ਼ਚੈ ਹਮ ਮਨ ਨੈ ਆਈ। ਨਹੀਂ ਮਹਾਰਾਜ ਜੋ ਤੁਸੀਂ ਕਹਿ ਰਹੇ ਹੋ ਮੰਨਣ ਚ ਨਹੀਂ ਗੱਲ ਆਉਂਦੀ। ਇਹ ਹੋ ਨਹੀਂ ਸਕਦਾ। ਵੇਖੋ ਕਿੰਨੀਆਂ ਵੱਡੀਆਂ ਗੱਲਾਂ ਕੀਤੀਆਂ। ਉਹ ਵੀ ਭੀਮ ਚੰਦ ਰਾਜਾ ਹੈ, ਉਹ ਇਹ ਗੱਲ ਕਹਿ ਰਿਹਾ। ਆਖਿਰ ਕਿਸੇ ਉਹਦਾ ਵੀ ਸਟੇਟਸ ਹੈਗਾ ਜੀ। ਪਰ ਕਹਿੰਦਾ ਮਹਾਰਾਜ ਨਾ ਇਹ ਮੰਨਣ ਚ ਨਹੀਂ ਆਉਂਦਾ। ਸੁਨ ਰਾਜਨ ਤੇ ਪ੍ਰਭੂ ਬਤਾਵਹਿ। ਆਖੋ ਵਾਹਿਗੁਰੂ। ਰਾਜਿਆਂ ਤੋਂ ਸੁਣ ਕੇ ਬਾਜਾਂ ਵਾਲੇ ਸਤਿਗੁਰੂ ਬੋਲੇ ਹਮ ਚਿਰੀਅਨ ਤੇ ਬਾਜ ਤੁਰਾਵਹਿ। ਮਹਾਰਾਜ ਕਹਿਣ ਲੱਗੇ ਕਿਹੜੀਆਂ ਗੱਲਾਂ ਕਰਦੇ ਹੋ। ਉਹ ਕਹਿੰਦੇ ਨਾ ਬਾਜ ਨੇ ਉਹ ਯੁੱਧ ਵਿੱਦਿਆ ਚ। ਆਹ ਵਿਚਾਰੇ ਲੋਕ ਚਿੜੀਆਂ ਨੇ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਅਸੀਂ ਚਿੜੀਆਂ ਤੋਂ ਹੀ ਬਾਜ ਲੜਾਉਣੇ ਨੇ। ਚਿੜੀਆਂ ਤੋਂ ਬਾਜ ਮਰਵਾਵਾਂਗੇ। ਚਿੜੀ ਬਾਜ ਦੀ ਚੁੰਝ ਤੋੜ ਦਵੇ, ਬਾਜ ਦੇ ਪੱਲੇ ਕੀ ਰਹਿ ਗਿਆ। ਹਮ ਚਿਰੀਅਨ ਤੇ ਬਾਜ ਤੁਰਾਵਹਿ। ਮਹਾਰਾਜ ਕਹਿਣ ਲੱਗੇ ਚਿੜੀਆਂ ਤੋਂ ਬਾਜ ਤੜਵਾ ਦੇਾਂਗੇ, ਹਰਾ ਦੇਾਂਗੇ। ਜਿਮ ਸ਼੍ਰੀ ਰਾਮਚੰਦ ਜਗ ਹੋਏ। ਮਹਾਰਾਜ ਕਹਿਣ ਲੱਗੇ ਭੀਮ ਚੰਦ ਤੂੰ ਪਹਿਲੀ ਕਥਾ ਜਾਣਦਾ, ਰਾਮਚੰਦਰ ਜੀ ਦੀ ਕਥਾ ਸੁਣੀ ਨਾ। ਜਿਵੇਂ ਰਾਮਚੰਦਰ ਜੀ ਦੇ ਸਮੇਂ ਹੋਇਆ ਸੀ। ਕਥਾ ਲਖੈ ਤਿਨ ਕੀ ਸਭ ਕੋਏ। ਸਾਰੇ ਉਹਨਾਂ ਦੀ ਕਥਾ ਜਾਣਦੇ ਆ ਰਾਮਚੰਦਰ ਜੀ ਦੀ। ਹਾਂਜੀ। ਬਨਚਰ ਬਾਨਰ ਕਿਆ ਤੁਛ ਜਾਤੀ। ਜੰਗਲ ਵਿੱਚ ਰਹਿਣ ਵਾਲੇ ਬਾਂਦਰ ਜਿਨ੍ਹਾਂ ਨੂੰ ਵਾਨਰ ਕਹਿੰਦੇ ਸੀ, ਉਹ ਤਾਂ ਮਨੁੱਖ ਵੀ ਨਹੀਂ ਸੀ ਹੈਗੇ। ਕਹਿੰਦੇ ਤੁਛ ਜਾਤੀ ਸੀ, ਪਸ਼ੂਆਂ ਦੀ ਇੱਕ। ਹਾਂਜੀ। ਬੰਦਿਆਂ ਵਿੱਚ ਜਿਹੜਾ ਭੁੜਕਦਾ ਹੀ ਰਵੇ, ਭੁੜਕਦਾ ਹੀ ਰਵੇ, ਕਹਿੰਦੇ ਬਾਂਦਰ ਵਾਂਗੂ ਭੁੜਕਦਾ ਹੈ। ਹਾਂਜੀ। ਬਾਂਦਰਾਂ ਦਾ ਮਹਾਰਾਜ ਕਹਿੰਦੇ ਉਹਨਾਂ ਬਾਂਦਰਾਂ ਦੇ ਪੱਲੇ ਕੀ ਹੁੰਦਾ। ਹਾਂਜੀ। ਸੇ ਬਟੋਰ ਕਰ ਅਧਿਕ ਜਮਾਤੀ। ਪਰ ਕਹਿਣ ਲੱਗੇ ਰਾਮਚੰਦਰ ਜੀ ਨੇ ਕਰ ਲਏ ਸੀ ਨਾ ਵਾਨਰ ਇਕੱਠੇ ਸਾਰੇ। ਹਾਂਜੀ। ਤੀਨ ਲੋਕ ਪਤ ਰਾਵਣ ਭਾਰੇ। ਤੇ ਰਾਵਣ ਜਿਹਨੂੰ 3 ਲੋਕਾਂ ਦਾ ਪਤ ਰਾਜਾ ਮੰਨਦੇ ਸੀਗੇ। ਹਾਂਜੀ। ਜਿਸ ਤੇ ਸਰਬ ਸੁਰਾਸੁਰ ਹਾਰੇ। ਕਹਿਣ ਲੱਗੇ ਰਾਵਣ ਤੋਂ ਤੇ ਦੇਵਤੇ ਵੀ ਹਾਰ ਗਏ ਸੀ। ਇੰਦਰ ਵੀ ਹਾਰ ਗਿਆ ਸੀ ਰਾਵਣ ਤੋਂ। ਕਹਿੰਦੇ ਮੌਤ ਨੂੰ ਤਾਂ ਪਾਵੇ ਨਾ ਬੰਨੇ, ਅਸੀਂ ਕਾਲ ਨੂੰ ਉਹਨੇ। ਹਾਂਜੀ।
ਤਿਨ ਬਾਨਰ ਤੇ ਨਾਸ਼ ਕਰਾਇਓ। ਕਹਿਣ ਲੱਗੇ ਭੀਮ ਚੰਦ ਕਥਾ ਸੁਣੀ ਕਿ ਨਹੀਂ ਸੁਣੀ? ਰਾਮਚੰਦਰ ਜੀ ਨੇ ਵਾਨਰਾਂ ਤੋਂ ਰਾਵਣ ਦਾ ਨਾਸ਼ ਕਰਾਇਆ ਸੀਗਾ। ਇੱਕੋ ਨਹੀਂ ਲੰਕਾ ਸਾੜਤੀ ਸੀ ਸਾਰੀ ਹਨੂਮਾਨ ਜੀ ਨੇ। ਹਾਂਜੀ, ਬਿਨਾ ਬਿਲਮ ਦਲ ਯੁਗਤ ਖਪਾਇਓ। ਬਿਨਾਂ ਕਿਸੇ ਦੇਰੀ ਤੋਂ ਬੜੀ ਵੱਡੀ ਫੌਜ ਸੀਗੀ ਜੀ ਉਹਦੀ। ਰਾਵਣ ਦੇ ਬੜੇ ਬੜੇ ਵੱਡੇ ਸਿਪਾਹ ਸਲਾਰ ਸੀਗੇ, ਪਰ ਵਾਨਰਾਂ ਨੇ ਲੜਾਈ ਕੀਤੀ ਜੀ। ਹਾਂਜੀ, ਤਿਨ ਹਮ ਘਰ ਰੰਕਨ ਸਿਰ ਹਾਥਾ। ਮਾਰ ਕਹਿੰਦੇ ਹਮ ਘਰ ਰੰਕਨ ਸਿਰ ਹਾਥਾ। ਉਸੇ ਤਰ੍ਹਾਂ ਕਹਿਣ ਲੱਗੇ ਜੇ ਰਾਮ ਜੀ ਨੇ ਵਾਨਰਾਂ ਦੇ ਉੱਤੇ ਮਿਹਰ ਕਰਤੀ, ਉਹਨਾਂ ਰਾਵਣ ਨੂੰ ਤਬਾਹ ਕਰਤਾ, ਅੱਜ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਮਨੁੱਖ ਹੈਗੇ ਨੇ। ਅਸੀਂ ਇਹਨਾਂ ਦੇ ਸਿਰ ਤੇ, ਗਰੀਬਾਂ ਦੇ ਸਿਰ ਤੇ ਹੱਥ ਰੱਖਾਂਗੇ। ਪਾਹੁਲ ਦੇਹ ਤੇਜ ਕੇ ਸਾਥਾ। ਤੇ ਨਾਲ ਮਹਾਰਾਜ ਕਹਿੰਦੇ ਅਸੀਂ ਅੰਮ੍ਰਿਤ ਛਕਾਉਣਾ ਇਹਨਾਂ ਨੂੰ। ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ ਤੇ ਅੰਮ੍ਰਿਤ ਛਕਾ ਕੇ ਤੇਜ ਦੇ ਦੇਣਾ ਜੀ, ਬਲ ਦੇ ਦੇਣਾ, ਪ੍ਰਤਾਪ ਦੇ ਦੇਣਾ ਇਹਨਾਂ ਨੂੰ। ਹਾਂਜੀ, ਸ਼ਸਤਰ ਗਹਾਏ ਅਨੇਕ ਪ੍ਰਕਾਰਾ। ਫਿਰ ਨਾਲ ਸ਼ਸਤਰ ਵੀ ਫੜਾਉਣੇ ਇਹਨਾਂ ਦੇ ਹੱਥਾਂ ਵਿੱਚ। ਹਾਂਜੀ, ਦੇ ਉਤਸ਼ਾਹ ਜੰਗ ਕੋ ਭਾਰਾ। ਤੇ ਜੰਗ ਲਈ ਉਤਸ਼ਾਹਤ ਕਰ ਦੇਣਾ ਇਹਨਾਂ ਨੂੰ ਮਹਾਰਾਜ ਕਹਿੰਦੇ ਅਸੀਂ। ਹਾਂਜੀ, ਅਬ ਅਵਨੀ ਪਤ ਤੁਰਕ ਬਡੇਰਾ। ਹੁਣ ਇਸ ਸਮੇਂ ਕਹਿੰਦੇ ਧਰਤੀ ਤੇ ਰਾਜ, ਇਸ ਦੇਸ਼ ਵਿੱਚ ਤੁਰਕਾਂ ਦਾ ਰਾਜ ਹੈ, ਨਰੰਗੇ ਦਾ। ਹਾਂਜੀ, ਤਿਸ ਕੇ ਸੰਗ ਵਧਾਵੇਂ ਬੈਰਾ। ਵਾਹਿਗੁਰੂ ਆਖੋ ਵਾਹਿਗੁਰੂ। ਵੇਖੋ ਮਹਾਰਾਜ ਦੀ ਖੇਡ। ਕਰਨ ਕਰਾਉਣ ਵਾਲੇ ਆਪੇ ਹੀ ਆਖੀ ਜਾਂਦੇ, ਕਹਿੰਦੇ ਅਸੀਂ ਉਹਦੇ ਨਾਲ ਵੈਰ ਪਾ ਲੈਣਾ, ਵੈਰ ਪਾਉਣਾ। ਅਸੀਂ ਗੱਲ ਹੀ ਕਹਿੰਦੇ ਇਹੋ ਜਿਹੀ ਕਰ ਦੇਣੀ, ਵੈਰ ਪੈ ਜਾਣਾ। ਹਾਂਜੀ, ਲਰਹਿ ਮਰਹਿ ਮਾਰਹਿ ਤੁਰਕਾਨੇ। ਸਾਡੇ ਸਿੱਖ ਲੜਨਗੇ, ਸ਼ਹੀਦ ਹੋਣਗੇ, ਪਰ ਤੁਰਕਾਂ ਨੂੰ ਵੀ ਮਾਰਨਗੇ ਕਹਿੰਦੇ। ਹਾਂਜੀ, ਕੇਤਿਕ ਬਾਸੁਰ ਮੈਂ ਕਰਹਾਨੇ। ਬਸ ਕੁਝ ਸਮੇਂ ਦੀ ਗੱਲ ਹੈ ਮਹਾਰਾਜ ਕਹਿੰਦੇ। ਭੀਮ ਚੰਦ ਵੇਖ ਲਿਓ। ਹਾਂਜੀ, ਵਧਹਿ ਖਾਲਸਾ ਪਾਵਹਿ ਰਾਜੂ। ਸਾਡਾ ਖਾਲਸਾ ਵਧੇਗਾ ਤੇ ਵੱਧ ਕੇ ਰਾਜ ਪਾਵੇਗਾ। ਕੀਤਾ ਜੀ ਖਾਲਸੇ ਨੇ ਫਿਰ ਰਾਜ। ਅੱਜ ਆ ਦਿੱਲੀ ਫਤਿਹ ਦਾ ਦਿਵਸ ਹੈ ਨਾ ਅੱਜ। ਹਾਂਜੀ, ਹੋਏ ਅਵਨੀਸ਼ਨ ਕੇਰ ਸਮਾਜੂ। ਮਾਰ ਕਹਿੰਦੇ ਹੋਏ ਅਵਨੀਸ਼ਨ ਕੇਰ ਸਮਾਜੂ। ਰਾਜਿਆਂ ਵਾਲਾ ਤੇਜ ਪ੍ਰਤਾਪ ਸਾਡੇ ਖਾਲਸੇ ਦਾ ਹੋਏਗਾ। ਹਾਂਜੀ, ਜੇ ਅਬ ਮਰਦ ਗਰਦ ਮਿਲ ਜੈ ਹੈ। ਹਾਂਜੀ, ਸਿੰਘ ਸੂਰ ਮੇ ਜਗ ਬਿਦਤੇ ਹੈ। ਜਿਹੜੇ ਹੁਣ ਬੜੇ ਖੱਬੀ ਖਾਂ ਯੋਧੇ ਨੇ ਨਾ, ਵੱਡੇ ਵੱਡੇ, ਮਹਾਰਾਜ ਕਹਿੰਦੇ ਸਭ ਮਿੱਟੀ 'ਚ ਮਿਲਦੇ ਨੇ। ਸਿੰਘ ਸੂਰ ਮੇ ਜਗ ਬਿਦਤੇ ਹੈ। ਸਿੰਘ ਸੂਰ ਮੇ ਮਸ਼ਹੂਰ ਹੋਣਗੇ। ਅੱਜ ਵੀ ਦੁਨੀਆ ਤੇ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਹੈ। ਉਹ ਸਿੰਘ ਜਿਹੜੇ ਬਾਹਰ ਕਸ਼ਹਿਰਾ ਹੀ ਸੁੱਕਣੇ ਪਾ ਦਿੰਦੇ ਸੀਗੇ, ਤੇ ਫੌਜਾਂ ਡਰਦੀਆਂ ਨਹੀਂ ਆਉਂਦੀਆਂ ਵੀ ਕਿਤੇ ਸਿੰਘ ਨਾ ਹੋਣ ਇੱਧਰ। ਹਾਂਜੀ, ਤੁਮ ਪੀ ਤਿਨਕੇ ਬਨੋ ਅਧੀਨ। ਹਾਂਜੀ, ਜੇ ਨਾ ਬਨੋ ਅਵਨੀ ਲੈ ਛੀਨ। ਮਹਾਰਾਜ ਕਹਿਣ ਲੱਗੇ ਵੇਖ ਲੈ, ਸਮਾਂ ਆਉਣਾ ਤੂੰ ਵੀ ਉਹਨਾਂ ਨਾਲ ਹੀ ਰਲਣਾ ਹੀ ਜਾ ਕੇ। ਪਹਿਲਾਂ ਹੀ ਆਖੀ ਜਾਂਦੇ ਜੀ, ਫਿਰ ਰਲਣਗੇ ਪਹਾੜੀ ਰਾਜੇ, ਤਾਈਓ ਆਨੰਦਪੁਰ ਸਾਹਿਬ ਘੇਰਾ ਪਾਉਣਾ। ਮਹਾਰਾਜ ਨੇ ਸਾਰੀਆਂ ਗੱਲਾਂ ਹੀ ਪਹਿਲਾਂ ਦੱਸਤੀਆਂ। ਜੇ ਨਾ ਬਣੋ ਅਵਲੀਲੇ ਛੀਨ, ਜੇ ਤੂੰ ਉਹਨਾਂ ਦੇ ਅਧੀਨ ਨਾ ਹੋਇਆ, ਤੁਸੀਂ ਰਾਜੇ ਤੁਹਾਡੀ ਥਾਂ ਖੋਹ ਲੈਣੀ ਉਹਨੇ, ਨਹੀਂ ਤੇ ਤੁਸੀਂ ਵੀ ਉਹਦੇ ਨਾਲ ਹੀ ਮਿਲਣਾ ਚ ਸਾਰਿਆਂ ਨੇ। ਹਾਂਜੀ, ਭੀਮ ਚੰਦ ਆਦਿਕ ਸੁਣ ਕਰਕੇ। ਭੀਮ ਚੰਦ ਰਾਜਾ ਤੇ ਹੋਰ ਰਾਜਿਆਂ ਸਾਰਿਆਂ ਨੇ ਸੁਣਿਆ ਵੀ ਇਹ ਮਹਾਰਾਜ ਨੇ ਕਿਹੜਾ ਬਚਨ ਕਰਤਾ। ਹਾਂਜੀ, ਸਹਿ ਨਾ ਸਕੈ ਕਛ ਰਿਸ ਉਰ ਧਰ ਕੇ। ਉਹਨਾਂ ਦਾ ਹਾਜਮਾ ਨਹੀਂ ਸੀ ਇੰਨਾ ਹੈਗਾ ਜੀ, ਉਹ ਸਹਿ ਨਹੀਂ ਸਕੇ ਬਚਨ ਮਹਾਰਾਜ ਦਾ, ਗੁੱਸੇ ਚ ਆ ਗਏ ਜੀ। ਕਹਿਤ ਭਾਈ ਹਮ ਤੋ ਨਹਿ ਮਾਨੈ। ਕਹਿੰਦਾ ਨਾ ਨਾ, ਅਸੀਂ ਕਿਵੇਂ ਉਹਨਾਂ ਦੀ ਈਨ ਮੰਨਾਂਗੇ, ਅਸੀਂ ਨਹੀਂ ਈਨ ਮੰਨਦੇ ਉਹਨਾਂ ਦੀ। ਹਾਂਜੀ, ਬੇਸੋ ਕੇਸ਼ ਕਾਸ਼ ਨਹਿ ਠਾਨੈ। ਪਰ ਨਾਲ ਹੀ ਇੱਕ ਹੋਰ ਕੰਮ ਕਹਿੰਦੇ, ਕਹਿੰਦੇ ਨਾ ਪਰ ਤੁਹਾਡਾ ਕਹਿਣਾ ਵੀ ਨਹੀਂ ਮੰਨਣਾ। ਆਖੋ ਵਾਹਿਗੁਰੂ। ਨਾ ਕੇਸ ਰੱਖਣੇ ਆ, ਨਾ ਕਛਹਿਰਾ ਪਾਉਣਾ ਕਹਿੰਦੇ। ਹਾਂਜੀ, ਤੁਰਕਾਂ ਦੇ ਵੀ ਵੱਲ ਨਹੀਂ ਜਾਣਾ, ਤੁਹਾਡਾ ਵੀ ਨਹੀਂ ਮੰਨਣਾ ਕਹਿੰਦਾ। ਉਲਟ ਹੋ ਗਏ ਨਾ ਜੀ ਉਹ। ਹਾਂਜੀ,
ਆਗੇ ਜਿਮ ਜਾਨੋ ਤਿਮ ਕਰੋ। ਕਹਿੰਦਾ ਅੱਗੋਂ ਮਹਾਰਾਜ ਜਿਵੇਂ ਸਾਰੇ ਰਾਜੇ ਕਹਿੰਦੇ ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰੋ, ਪਰ ਅਸੀਂ ਨਹੀਂ ਤੇ ਗੱਲ ਮੰਨਣੀ। ਹਾਂਜੀ, ਚਤੁਰ ਵਰਨ ਪਰ ਨਿਜ ਕਰ ਧਰੋ। ਜਿਵੇਂ ਕਹੀਦਾ ਨਾ ਕਰਦਾ ਫਿਰ ਕੰਮ, ਇੰਝ ਹੀ ਇਹਨਾਂ ਕਿਹਾ ਵੀ ਰੱਖ ਲਓ ਹੱਥ ਚਾਰੇ ਵਰਨਾਂ ਤੇ। ਮਹਾਰਾਜ ਨੂੰ ਕਹਿੰਦੇ ਅਸੀਂ ਸਭ ਤੇ ਹੀ ਮਿਹਰ ਕਰਨੀ, ਕਹਿੰਦੇ ਰੱਖੋ ਫਿਰ ਹੱਥ ਚਾਰੇ ਵਰਨਾਂ ਤੇ। ਸੁਨ ਸਤ ਗੁਰ ਬੋਲੇ ਤਿਸ ਕਾਲਾ। ਸੁਨ ਸਤਿਗੁਰ ਬੋਲੇ ਤਿਸ ਕਾਲਾ। ਜਦੋਂ ਰਾਜਿਆਂ ਨੇ ਇੰਝ ਕਿਹਾ, ਗਰੀਬ ਨਵਾਜ ਬਾਜਾਂ ਵਾਲੇ ਕਹਿਣ ਲੱਗੇ, ਤੁਮੈ ਰਾਜ ਕੋ ਮਦ ਕਿਰਪਾਲਾ। ਮਹਾਰਾਜ ਕਹਿੰਦੇ ਰਾਜਿਓ, ਤੁਹਾਨੂੰ ਰਾਜ ਭਾਗ ਦਾ ਹੰਕਾਰ ਹੈਗਾ, ਇਹ ਸਿਰ ਤੇ ਚੜ ਕੇ ਬੋਲਦਾ ਬੰਦੇ ਤੇ ਜੀ। ਮਹਾਰਾਜ ਕਹਿੰਦੇ ਹੋਰ ਕੋਈ ਗੱਲ ਨਹੀਂ ਹੈਗੀ, ਗੱਲ ਹੰਕਾਰ ਦੀ ਹੈਗੀ ਜੀ। ਪਕਾਨਾ ਕਿਉਂ ਉੱਡਿਆ ਫਿਰਦਾ ਜੀ? ਹਵਾ ਭਰੀ ਹੁੰਦੀ ਵਿੱਚ ਦੀ, ਹਵਾ ਨਿਕਲ ਜੇ ਤਾਂ ਸਭ ਛਾਈ ਮਾਈ ਦੀ। ਮਹਾਰਾਜ ਕਹਿੰਦੇ ਹੰਕਾਰ ਹੈਗਾ ਤੁਹਾਡੇ ਵਿੱਚ। ਹਾਂਜੀ, ਸਿੱਖ ਜੇ ਬਨਤ ਰਾਜ ਵਧ ਜਾਤੇ। ਹਾਂਜੀ, ਬਲ ਕਰ ਲੀਨ ਕਹਿਤ ਗਰਬਾਤੇ। ਮਹਾਰਾਜ ਕਹਿੰਦੇ ਜੇ ਤੁਸੀਂ ਸਾਡਾ ਬਚਨ ਮੰਨ ਲੈਂਦੇ, ਸਿੱਖ ਬਣਦੇ, ਤੁਹਾਡਾ ਰਾਜ ਭਾਗ ਬੜਾ ਵਧਣਾ ਸੀਗਾ, ਅਸੀਂ ਬਲ ਦੇਣਾ ਸੀਗਾ ਤੁਹਾਨੂੰ। ਹਾਂਜੀ, ਦਇਓ ਗੁਰੂ ਕੋ ਜਾਣਤ ਨਾਹੀ। ਮਹਾਰਾਜ ਕਹਿੰਦੇ ਗੁਰੂ ਤੁਹਾਨੂੰ ਦੇ ਰਿਹਾ ਸੀ, ਗੁਰੂ ਨਾਨਕ ਸਾਹਿਬ ਘਰੋਂ ਤੁਹਾਡੇ ਤੇ ਮਿਹਰ ਹੋ ਰਹੀ ਸੀ, ਪਰ ਤੁਸੀਂ ਲਈ ਨਹੀਂ ਮਿਹਰ। ਤੁਹਾਡੇ ਤੇ ਮਿਹਰ ਹੋ ਰਹੀ ਸੀ। ਇੱਕ ਰੱਬ ਦੇ ਪਿਆਰੇ ਬੈਠੇ ਜੀ, ਇੱਕ ਬੰਦਾ ਬੜਾ ਗਰੀਬ ਸੀਗਾ, ਤਾਂ ਉਹ ਮਹਾਂਪੁਰਖਾਂ ਨੂੰ ਸਮਝਦਾ ਨਹੀਂ ਸੀ ਹੁੰਦਾ ਕੁਛ ਜੀ, ਕੁਝ ਨਹੀਂ ਸੀ ਸਮਝਦਾ ਹੁੰਦਾ ਜੀ। ਉਹ ਮਹਾਂਪੁਰਖ ਇੱਕ ਦਿਨ ਫੁਰਨਾ ਬਣਾਇਆ ਵੀ ਚਲੋ ਮਹਾਰਾਜ ਅੱਗੇ ਅਰਦਾਸ ਕੀਤੀ ਵੀ ਇਹਦੀ ਗਰੀਬੀ ਕੱਟੀ ਜਾਏ। ਉਹਨੂੰ ਪ੍ਰਸ਼ਾਦ ਦੇਣ ਲੱਗੇ, ਕਹਿੰਦੇ ਆ ਲੈ ਲਾ ਪ੍ਰਸ਼ਾਦ। ਕਹਿੰਦਾ ਮੈਂ ਇਹਦਾ ਕੀ ਕਰਨਾ? ਆਖੋ ਵਾਹਿਗੁਰੂ। ਕੀ ਕਹਿੰਦਾ? ਮੈਂ ਇਹਦਾ ਕੀ ਕਰਨਾ? ਕਹਿੰਦਾ ਤੁਸੀਂ ਰੱਖੋ, ਭਗਤ ਜੀ ਛਕੋ। ਇਹ ਭਗਤ ਗੁਰਕਿਰਪਾਲ ਸਿੰਘ ਜੀ ਦੀ ਗੱਲ ਹੈ। ਉਹ ਕਹਿੰਦੇ ਨਾ ਨਾ ਰੱਖ ਲਾ। ਕਹਿੰਦਾ ਮੈਨੂੰ ਲੋੜ ਹੀ ਨਹੀਂ ਹੈਗੀ। ਉਹ ਮਹਾਂਪੁਰਖ ਕਹਿੰਦੇ ਇੱਥੋਂ ਫੜ ਲੈ, ਬਾਹਰ ਜਾ ਕੇ ਕਿਸੇ ਨੂੰ ਦੇ ਦੇਈਂ। ਕਹਿੰਦਾ ਲੋੜ ਹੀ ਨਹੀਂ ਹੈਗੀ ਮਹਾਂਪੁਰਖੋ, ਜਿਹਨੂੰ ਬਾਹਰ ਜਾ ਕੇ ਦੇਣਾ ਉਹ ਇੱਥੇ ਅੰਦਰ ਆ ਕੇ ਲੈ ਲੇਗਾ। ਕਹਿੰਦੇ ਜਾ ਫਿਰ, ਰੱਬ ਦੇ ਘਰੋਂ ਮਿਹਰ ਆ ਰਹੀ ਸੀ, ਅਰਦਾਸ ਕੀਤੀ ਸੀ ਤੇਰੀ, ਤੂੰ ਗੁਰੂ ਦਾ ਪ੍ਰਸ਼ਾਦ ਲੈ ਕੇ ਨਹੀਂ ਰਾਜੀ ਤੇ ਹੁਣ ਮਿਹਰ ਵੀ ਨਹੀਂ ਹੋਣੀ। ਫਿਰ ਕਹਿੰਦੇ ਇਹ ਤੇ ਗੁਰੂ ਦਾ ਪ੍ਰਸ਼ਾਦ ਦੇਣਾ ਹੈ ਤੈਨੂੰ, ਜੇ ਤੂੰ ਗੁਰੂ ਦਾ ਪ੍ਰਸ਼ਾਦ ਲੈ ਕੇ ਨਹੀਂ ਰਾਜੀ ਤੇ ਮਿਹਰ ਵੀ ਨਹੀਂ ਹੋਣੀ। ਸਾਧ ਸੰਗਤ ਜੀ, ਜਿਹੜੇ ਗੁਰੂ ਦਾ ਪ੍ਰਸ਼ਾਦ ਨਹੀਂ ਲੈਂਦੇ ਉਹ ਸਿੱਧੀ ਗੁਰੂ ਦੀ ਬੇਅਦਬੀ ਕਰ ਰਹੇ ਨੇ, ਕਿਸੇ ਹੋਰ ਦੀ ਥੋੜੀ ਹੈ। ਉਹਨਾਂ ਨੂੰ ਪਤਾ ਹੀ ਨਹੀਂ ਹੈ ਇਹ ਸਤਿਗੁਰੂ ਜੀ ਦਾ ਪ੍ਰਸ਼ਾਦ ਕਿੰਨਾ ਵੱਡਾ ਜੀ। ਮਹਾਰਾਜ ਕਹਿਣ ਲੱਗੇ ਦਇਓ ਗੁਰੂ ਕੋ ਜਾਣਤ ਨਾਹੀ। ਗੁਰੂ ਤਾਂ ਦੇ ਰਿਹਾ ਸੀ ਤੁਹਾਨੂੰ, ਪਰ ਤੁਸੀਂ ਲਿਆ ਨਹੀਂ ਰਾਜ। ਰਾਜ ਪੁਸ਼ਤਕੋ ਮਦ ਚਿਤ ਮਾਹੀ। ਪੁਸ਼ਤਾਂ ਤੋਂ ਰਾਜੇ ਆ, ਇਸ ਗੱਲ ਦਾ ਤੁਹਾਨੂੰ ਮਾਣ ਹੈ। ਕਹਿਣ ਲੱਗੇ ਵੀ ਅਸੀਂ ਤਾਂ ਰਾਜੇ ਹੈਗੇ ਆ। ਇਹ ਨਹੀਂ ਪਤਾ ਵੀ ਬੰਨ੍ਹ ਕੇ ਰੱਖਿਆ ਸੀ ਛੇਵੇਂ ਪਾਤਸ਼ਾਹ ਨੇ ਛਡਾਏ ਇਹਨਾਂ ਦੇ ਦਾਦੇ, ਭੀਮ ਚੰਦ ਦੇ ਦਾਦੇ ਦਾ ਨਾਂ ਹਰੀ ਚੰਦ, ਗਵਾਲੀਅਰ ਦੇ ਕਿਲੇ ਚੋਂ ਛੇਵੇਂ ਪਾਤਸ਼ਾਹ ਛਡਾ ਕੇ ਲੈ ਕੇ ਆਏ ਸਨ। ਚਾਰੋਂ ਵਰਨ ਰੰਕ ਜੇ ਲੈ ਹੈ। ਹਾਂ, ਸਾਬਿਦ ਕੋ ਸਮਾਜ ਬ੍ਰਿਧੇ ਹੈ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਹੁਣ ਜੇ ਚਾਰੇ ਵਰਨਾਂ ਵਿੱਚੋਂ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ ਉਹਦਾ ਸਾਜੋ ਸਮਾਨ, ਤੇਜ ਪ੍ਰਤਾਪ, ਵਡਿਆਈਆਂ, ਬਖਸ਼ਿਸ਼ਾਂ ਸਭ ਕੁਝ ਹੀ ਵਧੇਗਾ। ਹਾਂਜੀ, ਜਾਣੈ ਕਹੈ ਗੁਰੂ ਏ ਦੀਨੋ। ਹਾਂਜੀ, ਗੁਰ ਪ੍ਰਤਾਪ ਬਲ ਤੇ ਹਮ ਲੀਨੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਉਹ ਅਸੀਂ ਪ੍ਰਤਾਪ ਹੀ ਉਹਨਾਂ ਨੂੰ ਇੰਨਾ ਦੇ ਦੇਣਾ, ਉਹ ਸਭ ਕੁਝ ਲੈ ਲੈਣਗੇ। ਕਹਿਣ ਲੱਗੇ ਨਾਲੇ ਉਹ ਇਹ ਸਮਝਣ ਵੀ ਇਹ ਸਭ ਗੁਰੂ ਦੀ ਬਖਸ਼ਿਸ਼ ਹੈ। ਵੇਖੋ ਚੀਜ਼ ਦੇਣ ਦਾ ਸਵਾਦ ਉਹਨੂੰ ਆਉਂਦਾ ਜਿਹੜਾ ਕਦਰ ਕਰੇ। ਸੰਗਤ ਜੀ, ਜਿਹੜਾ ਕਦਰ ਹੀ ਨਾ ਕਰੇ ਉਹਨੂੰ ਚੀਜ਼ ਦੇਣ ਦਾ ਸਵਾਦ ਕੋਈ ਨਹੀਂ ਆਉਂਦਾ ਜੀ। ਮਹਾਰਾਜ ਕਹਿੰਦੇ ਹੁਣ ਉਹ ਕਦਰ ਕਰਨਗੇ। ਹਾਂਜੀ, ਜਬ ਦੀਨਨ ਤੇ ਰਾਜ ਕਰਾਊ। ਮਹਾਰਾਜ ਕਹਿੰਦੇ ਜਦੋਂ ਅਸੀਂ ਗਰੀਬਾਂ ਤੋਂ, ਮਾੜੇ ਮਾੜੇ ਬੰਦਿਆਂ ਤੋਂ ਰਾਜ ਕਰਾਇਆ ਨਾ, ਹਾਂਜੀ, ਦੀਨ ਬੰਦ ਗੁਰ ਤਦਿਨ ਕਹਾਊ। ਉਦੋਂ ਹੀ ਤਾਂ ਫਿਰ ਅਸੀਂ ਵੀ ਦੀਨ ਬੰਦ ਗਰੀਬ ਨਵਾਜ, ਤਾਈਓ ਹੀ ਲੋਕ ਸਾਨੂੰ ਕਹਿੰਦੇ ਨੇ।
ਹਾਂਜੀ। ਰੰਕਣ ਕੇ ਸਿਰ ਪਰ ਕਰ ਧਾਰੋ। ਮਹਾਰਾਜ ਕਹਿਣ ਲੱਗੇ ਹੁਣ ਗਰੀਬਾਂ ਦੇ ਸਿਰ ਤੇ ਹੀ ਹੱਥ ਰੱਖਾਂਗੇ, ਸ਼੍ਰੀ ਅਸਕੇਤ ਚਰਨ ਪਰ ਡਾਰੋ। ਉਹਨਾਂ ਨੂੰ ਸਿੱਧਾ ਅਕਾਲ ਪੁਰਖ ਨਾਲ ਜੋੜਾਂਗੇ। ਹਾਂਜੀ। ਜਾਂ ਤੇ ਹੋਣ ਹਾਰ ਤੁਮ ਪ੍ਰੇਰੇ। ਮਹਾਰਾਜ ਕਹਿਣ ਲੱਗੇ ਤੁਹਾਡਾ ਵੀ ਕਸੂਰ ਨਹੀਂ ਹੈ, ਤੁਹਾਨੂੰ ਰੱਬ ਵੱਲੋਂ ਹੀ ਪ੍ਰੇਰਿਆ ਨਹੀਂ ਗਿਆ। ਹਾਂਜੀ। ਭਲੋ ਆਪਨੋ ਨਾਹੇ ਨਾਹੇਰੇ। ਤੁਸੀਂ ਆਪਣਾ ਭਲਾ ਹੀ ਨਹੀਂ ਵੇਖਿਆ। ਸਤ ਬਚਨ ਕਰਦੇ ਤੁਹਾਡੇ ਰਾਜ ਭਾਗ ਵੱਧ ਜਾਣੇ। ਸਤ ਬਚਨ ਕਰਨਾ ਭਾਗਾਂ ਦੀ ਖੇਡ ਹੈਗੀ ਜੀ, ਬੰਦੇ ਦੀ ਖੇਡ ਨਹੀਂ ਹੈਗੀ ਜੀ। ਉਹ ਮਹਾਰਾਜ ਸੱਚੇ ਪਾਤਸ਼ਾਹ ਮਾਲ ਵਿੱਚ ਤੁਰੇ ਜਾਣ ਡੱਲਾ ਨਾਲ। ਮਹਾਰਾਜ ਕਹਿੰਦੇ ਵੇਖ ਡੱਲਿਆ ਅੰਬਾਂ ਦੇ ਬਾਗ ਲੱਗੇ। ਮਾਲ ਵਿੱਚ ਛੇਤੀ ਬਾਗ ਨਹੀਂ ਹੁੰਦੇ ਜੀ। ਕਹਿੰਦਾ ਮਹਾਰਾਜ ਮੈਨੂੰ ਤੇ ਕੋਈ ਬਾਗ ਨਹੀਂ ਵਿਖਣ ਦਿਆ। ਮਹਾਰਾਜ ਕਹਿੰਦੇ ਡੱਲਿਆ ਸਤ ਬਚਨ ਕਰਦਾ ਹੁਣੇ ਬਾਗ ਹੋ ਜਾਣਾ ਸੀ, ਤੂੰ ਮੌਕਾ ਨਹੀਂ ਸਾਂਭਿਆ। ਕਈ ਵਾਰੀ ਬੰਦੇ ਨੂੰ ਬਖਸ਼ਿਸ਼ ਮਿਲ ਰਹੀ ਹੁੰਦੀ, ਬੰਦਾ ਲੈਂਦਾ ਨਹੀਂ, ਲਾਂਭਿਓ ਬੰਦਾ ਲੈ ਦਿੰਦਾ ਜੀ। ਬਾਬਾ ਫਰੀਦ ਸਾਹਿਬ ਜੀ ਦੇ ਉਸਤਾਦ ਹੋਏ ਜੀ ਨਿਜ਼ਾਮੂਦੀਨ। ਇੱਕ ਚੇਲੇ ਵੀ ਹੋਏ, ਇੱਕ ਦੱਸਦੇ ਉਸਤਾਦ ਵੀ ਹੋਏ ਜੀ। ਉਹਨਾਂ ਦੇ ਘਰਾਣੇ ਵਿੱਚ ਬਾਬਾ ਫਰੀਦ ਸਾਹਿਬ ਜੀ ਦੇ ਚੇਲੇ ਹੋਏ ਜੀ ਇੱਕ ਨਿਜ਼ਾਮੂਦੀਨ, ਜਿੰਨੇ ਨਾਮ ਦਾ ਉਹ ਸਟੇਸ਼ਨ ਹੈ ਨਾ ਦਿੱਲੀ ਵਿੱਚ, ਨਿਜ਼ਾਮੂਦੀਨ ਸਟੇਸ਼ਨ ਹੈ। ਨਿਜ਼ਾਮੂਦੀਨ ਜੀ ਚੇਲੇ ਸੀਗੇ ਜੀ ਬਾਬਾ ਫਰੀਦ ਸਾਹਿਬ ਜੀ ਦੇ। ਬਾਬਾ ਫਰੀਦ ਸਾਹਿਬ ਅੱਧੀ ਰਾਤ ਨੂੰ ਬੈਠੇ ਭਜਨ ਕਰਨ ਦੇ, ਨਾਮ ਜਪਣ ਦੇ, ਤੇ ਇੱਕ ਉਹਨਾਂ ਦਾ ਬੱਚਾ ਪੁੱਤ ਉਹਨਾਂ ਦਾ, ਇੱਕ ਚੇਲਾ ਨਿਜ਼ਾਮੂਦੀਨ ਲਾਗੇ ਲੰਮੇ ਪਿਆ ਸੀਗਾ ਜੀ। ਕਹਿੰਦੇ ਉਹਨਾਂ ਨੇ ਬੰਦਗੀ ਕਰਦਿਆਂ ਕਰਦਿਆਂ ਅਨੁਭਵ ਕੀਤਾ ਵੀ ਖੁਦਾ ਦੀ ਮਿਹਰ ਆਈ ਹੈ ਧਰਤੀ ਤੇ। ਉਹਨਾਂ ਸੋਚਿਆ ਵੀ ਚਲੋ ਬੰਦਗੀ ਕਰਦਿਆਂ ਸਮਾਂ ਹੋ ਗਿਆ, ਹੁਣ ਆਪਣੇ ਪੁੱਤ ਨੂੰ ਮਿਲਾਈਏ। ਉਹਨਾਂ ਨੇ ਆਵਾਜ਼ ਦਿੱਤੀ ਆਪਣੇ ਬੇਟੇ ਨੂੰ, ਤੇ ਉਹ ਉੱਠਿਆ ਨਹੀਂ ਜੀ। ਮੇਰੇ ਜਿਹੜੀ ਬਖਸ਼ਿਸ਼ ਆਈ ਆ ਪੁੱਤ ਨੂੰ ਦਵਾ ਦਿਆਂ। ਉਹਨਾਂ ਆਵਾਜ਼ ਮਾਰੀ, ਪੁੱਤ ਨਹੀਂ ਉੱਠਿਆ। ਤੇ ਨਿਜ਼ਾਮੂਦੀਨ ਜੀ ਕਹਿੰਦੇ ਹਾਂਜੀ ਮਹਾਰਾਜ ਦੱਸੋ ਕੀ ਹੁਕਮ ਹੈ। ਉਹ ਕਹਿੰਦੇ ਕੋਈ ਨਹੀਂ ਪਏ ਰਹੋ, ਤੁਹਾਨੂੰ ਨਹੀਂ ਆਵਾਜ਼ ਦਿੱਤੀ। ਥੋੜੇ ਸਮੇਂ ਬਾਅਦ ਫਿਰ ਆਵਾਜ਼ ਦਿੱਤੀ, ਪੁੱਤ ਉੱਠ। ਉਹ ਨਹੀਂ ਉੱਠਿਆ। ਨਿਜ਼ਾਮੂਦੀਨ ਕਹਿੰਦਾ ਮਹਾਰਾਜ ਮੈਨੂੰ ਹੁਕਮ ਕਰੋ, ਕੀ ਕੰਮ ਹੈ। ਕਹਿੰਦੇ ਨਹੀਂ ਨਹੀਂ ਤੂੰ ਲੰਮੇ ਪਿਆ ਰਹੋ। ਫਿਰ ਆਵਾਜ਼ ਦਿੱਤੀ ਥੋੜੇ ਸਮੇਂ ਬਾਅਦ, ਪੁੱਤ ਉੱਠ ਜਾ। ਉਹ ਫਿਰ ਨਹੀਂ ਉੱਠਿਆ। ਤੇ ਨਿਜ਼ਾਮੂਦੀਨ ਫਿਰ ਮਹਾਰਾਜ ਮੈਨੂੰ ਹੁਕਮ ਕਰੋ, ਜੇ ਕੋਈ ਕੰਮ ਹੈ ਤੇ ਦੱਸੋ ਮੈਂ ਕਰ ਦੇਣਾ। ਕਹਿੰਦੇ ਇੱਕ ਨੂੰ ਦੇ ਰਿਹਾ, ਉਹ ਲੈ ਨਹੀਂ ਰਿਹਾ, ਇੱਕ ਧੱਕੇ ਨਾਲ ਹੀ ਲਈ ਜਾਂਦਾ ਹੈ, ਜਾਂ ਫਿਰ ਸਾਰੀਆਂ ਬਖਸ਼ਿਸ਼ਾਂ ਤੈਨੂੰ ਹੀ ਦਿੱਤੀਆਂ। ਕਹਿੰਦੇ ਨਿਜ਼ਾਮੂਦੀਨ ਦੇ ਉੱਤੇ ਮਿਹਰ ਕਰਤੀ ਜੀ ਉਹਨਾਂ ਨੇ। ਇਹ ਖੇਡ ਹੁੰਦੀ ਸਾਧ ਸੰਗਤ ਜੀ। ਕਈ ਵਾਰੀ ਕੋਈ ਰੱਬ ਦੀ ਮਿਹਰ ਉਤਰਦੀ ਹੈ, ਭਾਗ ਨਾ ਹੋਣ ਤੇ ਮਿਲਦੀ ਨਹੀਂ। ਮਹਾਰਾਜ ਕਹਿਣ ਲੱਗੇ ਜਾਂ ਤੇ ਹੋਣ ਹਾਰ ਤੁਮ ਪ੍ਰੇਰੇ, ਭਲੋ ਆਪਨੋ ਨਾਹੇ ਨਾ ਹੇਰੇ। ਤੁਸੀਂ ਆਪਣਾ ਭਲਾ ਹੀ ਨਹੀਂ ਵਾਚਿਆ। ਕਹਿਣ ਲੱਗੇ ਅਸੀਂ ਤਾਂ ਦੇਣਾ ਸੀ ਤੁਹਾਨੂੰ ਸਾਰਾ ਕੁਝ। ਹਾਂਜੀ। ਲੇਹ ਖਾਲਸਾ ਰਾਜ ਤਿਹਾਰੋ। ਅਸੀਂ ਤਾਂ ਤੁਹਾਡਾ ਵੱਡਾ ਰਾਜ ਕਰਾਉਣਾ ਸੀ, ਹੁਣ ਤੁਸੀਂ ਕਦਰ ਨਹੀਂ ਕੀਤੀ, ਹੁਣ ਸਾਡਾ ਖਾਲਸਾ ਤੁਹਾਡਾ ਰਾਜ ਲਏਗਾ। ਹਾਂਜੀ। ਪਛਤਹਿਓ ਅਬ ਨਹੀਂ ਸੰਭਾਰੋ। ਹੁਣ ਸਮਾਂ ਲੰਘ ਗਿਆ। ਕਹਿੰਦੇ ਹੁਣ ਪਛਤਾਓਗੇ ਤੁਸੀਂ ਕਹੋਗੇ ਵੀ ਗੁਰੂ ਦੀ ਗੱਲ ਮੰਨ ਲੈਂਦੇ। ਹਾਂਜੀ। ਇਤਿਆਦਿਕ ਕਹਿਬੋ ਅਰ ਸੁਨਬੋ। ਇਸ ਤਰ੍ਹਾਂ ਮਹਾਰਾਜ ਨੇ ਭੀਮ ਚੰਦ ਰਾਜੇ ਨਾਲ ਕੁਝ ਬਚਨ ਕੀਤੇ। ਕੁਝ ਰਾਜੇ ਨੇ ਮਹਾਰਾਜ ਦੇ ਸੁਣੇ, ਮਹਾਰਾਜ ਨੇ ਕੁਝ ਉਹਦੇ ਸੁਣੇ। ਭਇਓ ਭਲੇ ਤਦੇ ਅਪਨਹਿ ਮਨਬੋ। ਮਹਾਰਾਜ ਗਰੀਬ ਨਵਾਜ ਤੇ ਭਲਾ ਕਰਨਾ ਚਾਹੁੰਦੇ, ਪਰ ਉਹਨਾਂ ਦੇ ਭਾਗ ਹੀ ਨਹੀਂ ਸੀਗੇ ਜੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਗੁਰੂ ਜੀ ਤੇ ਸਾਡਾ ਭਲਾ ਕਰਨਾ ਚਾਹੁੰਦੇ, ਪਰ ਬੰਦਾ ਭਲਾ ਕਰਾ ਕੇ ਰਾਜੀ ਨਹੀਂ ਹੈਗਾ ਜੀ। ਬੰਦਾ ਕਹਿੰਦਾ ਨਾ ਮੈਂ ਤੇ ਸਿਆਣਾ ਹੈਗਾ ਜੀ। ਹਾਂਜੀ। ਕਿਤਕ ਸਮੇਂ ਦਰਸ਼ਨ ਕੋ ਕਰਿਓ। ਕੁਝ ਸਮਾਂ ਬੈਠੇ ਰਹੇ ਜੀ, ਉਹ ਦਰਸ਼ਨ ਕਰਦੇ ਰਹੇ। ਪੁਨ ਕਰ ਜੋਰ ਉਠਤ ਚਿਤ ਧਰਿਓ। ਫਿਰ ਹੱਥ ਜੋੜੇ, ਉੱਠਣ ਦਾ ਫੁਰਨਾ ਬਣਾਇਆ। ਬੰਧਨ ਕਰ ਗਮਨੇ ਨਿਜ ਡੇਰੇ। ਤੇ ਮੱਥੇ ਟੇਕ ਕੇ ਤੇ ਆਪੋ ਆਪਣੇ ਥਾਵਾਂ ਤੇ ਚਲੇ ਗਏ। ਕਰਤ ਵਿਚਾਰਨ ਬਚਨ ਵਡੇਰੇ। ਤੇ ਰਸਤੇ 'ਚ ਗੱਲਾਂ ਕਰਨ ਦੇ ਵੀ ਅੱਜ ਗੁਰੂ ਨੇ ਬਹੁਤੀਆਂ ਹੀ ਵੱਡੀਆਂ ਗੱਲਾਂ ਕੀਤੀਆਂ ਨੇ। ਆਖੇ ਜੀ ਤੁਰਕਾਂ ਦਾ ਰਾਜ ਹਿਲਾ ਦੇਣਾ। ਉਹ ਵਿਚਾਰੇ ਸੋਚ ਵੀ ਨਹੀਂ ਸੀ ਸਕਦੇ ਵੀ ਇੰਝ ਵੀ ਹੋ ਸਕਦਾ ਹੈ।
ਹਾਂਜੀ, ਰੰਗ ਅਜਾਇਬ ਕੀ ਕਰ ਬਾਤ। ਕਹਿੰਦੇ ਅੱਜ ਤੇ ਇਸ ਚਰਚ ਦੀਆਂ ਹੀ ਗੱਲਾਂ ਕੀਤੀਆਂ ਵੀ ਇਹ ਹੋ ਹੀ ਨਹੀਂ ਸਕਦਾ। ਅੱਜ ਤਾਂ ਉਹ ਗੱਲਾਂ ਗੁਰੂ ਨੇ ਕੀਤੀਆਂ ਜਿਹੜੀਆਂ ਹੋ ਹੀ ਨਹੀਂ ਸਕਦੀਆਂ। ਭਇਓ ਗੁਰੂ ਕੁਛ ਔਰੇ ਭਾਂਤ। ਕਹਿੰਦੇ ਅੱਜ ਤੇ ਹੋਰ ਹੀ ਤਰ੍ਹਾਂ ਦਾ ਸੁਭਾਅ ਸੀ ਮਹਾਰਾਜ ਦਾ। ਸੋ ਇਹ ਅੱਜ ਦਾ ਪ੍ਰਸੰਗ ਸੀਗਾ ਜੀ। ਹਾਂਜੀ, ਅੱਗੋਂ ਨਵਾਂ ਪ੍ਰਸੰਗ ਆਰੰਭ ਹੁੰਦਾ, ਉਹ ਆਪਾਂ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ, ਦਇਆ ਕਰਨ। ਤੇ ਅਸੀਂ ਵੀ ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਸਤਿਗੁਰੂ ਜੀ ਦੇ ਬਚਨ ਮੰਨ ਸਕੀਏ। ਸਤਿਗੁਰੂ ਜੀ ਦੇ ਬਚਨ ਸਾਡੇ ਭਲੇ ਵਿੱਚ ਹਨ ਜੀ। ਸਾਡੇ ਲਈ ਜੋ ਵੀ ਨੇ ਸਤਿਗੁਰੂ ਜੀ ਹੀ ਹਨ। ਸਾਧ ਸੰਗਤ ਜੀ, ਅੱਜ ਦਾ ਹੁਕਮਨਾਮਾ ਆਇਆ ਨਾ, ਅੰਗੀਕਾਰ ਕੀਓ ਪ੍ਰਭ ਆਪਣਾ ਜਿਨ ਬੈਰੀ ਸਗਲੇ ਸਾਧੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਨ ਬੈਰੀ, ਇਹ ਜੱਗ ਸਭ ਲੁੱਟਿਆ। ਜਿਨ੍ਹਾਂ ਵੈਰੀਆਂ ਨੇ, 5 ਵੈਰੀਆਂ ਨੇ ਜੱਗ ਲੁੱਟਿਆ, ਗੁਰੂ ਨੇ ਬੰਨ੍ਹ ਕੇ ਸਾਹਮਣੇ ਬਿਠਾਤੇ। ਪਤਾ ਕਿਉਂ? ਕਿਉਂਕਿ ਮੇਰਾ ਗੁਰੂ ਪਰਮੇਸ਼ਰ ਹੈ। ਸਤਿਗੁਰ ਪਰਮੇਸ਼ਰ ਮੇਰਾ, ਅਨਿਕ ਰਾਜ ਭੋਗ ਰੰਗ ਮਾਣੀ, ਨਾਉ ਜਪੀ ਪਰਵਾਸਾ ਤੇਰਾ। ਮਹਾਰਾਜ ਜੀ ਸਾਡੇ ਰੱਬ ਸਰੂਪ ਪਰਮੇਸ਼ਰ ਦੀ ਹਨ ਜੀ। ਬੜੇ ਹੀ ਪਿਆਰ ਨਾਲ ਇਹ ਪੰਕਤੀਆਂ ਪੜ੍ਹੋ, ਫਿਰ ਖਿਮਾ ਮੰਗੀਏ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਗੱਜ ਕੇ ਪੜੋ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਅਨਿਕ ਰਾਜ ਭੋਗ ਰੰਗ ਮਾਣੀ, ਨਾਉ ਜਪੀ ਪਰਵਾਸਾ ਤੇਰਾ। ਸਾਡੇ ਗੁਰੂ ਜੀ ਸਾਡੇ ਪਰਮੇਸ਼ਰ ਜੀ ਹਨ। ਇਹ ਬਚਨ ਇੰਨੀ ਵਾਰੀ ਪੜ੍ਹੋ ਵੀ ਇਹ ਗੱਲ ਦ੍ਰਿੜ ਹੋ ਜੇ ਤੇ ਗੁਰੂ ਜੀ ਦੇ ਬਚਨ ਸਾਡੇ ਉੱਤੇ ਅਸਰ ਕਰਨ। ਵੀ ਨਾਮ ਜਪਣਾ ਜ਼ਰੂਰੀ, ਰਹਿਤ ਰੱਖਣੀ ਜ਼ਰੂਰੀ, ਗੁਰੂ ਕੀ ਬਾਣੀ ਪੜ੍ਹਨੀ ਜ਼ਰੂਰੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਕਿਰਪਾ ਕਰਨ। ਜਿੰਨੀਆਂ ਵੀ ਸੰਗਤਾਂ ਆਪ ਜੀ ਆਏ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਡਾਕਟਰ ਗੰਡਾ ਸਿੰਘ ਜੀ ਦੇ ਭੈਣ ਜੀ ਕਨੇਡਾ ਰਹਿ ਕੇ ਕਥਾ ਸੁਣਦੇ ਰਹੇ ਜੀ। ਹਾਂਜੀ, ਤੇ ਹੁਣ ਇੱਥੇ ਆਏ ਆ, ਗਾਏ ਵਗਾਏ ਫੇਰ ਆ ਜਾਂਦੇ ਆ। ਜਿੱਥੇ ਜਿੱਥੇ ਵੀ ਕੋਈ ਬੈਠਾ ਉਹ ਪਿਆਰ ਨਾਲ ਸੁਣਦਾ ਜੀ। ਭਾਈ ਮਹਿੰਦਰ ਸਿੰਘ ਜੀ, ਉਹ ਬਾਹਰ ਆਸਟ੍ਰੇਲੀਆ ਜਾਣ ਤੇ ਭਾਵੇਂ ਜਾਣ ਇੰਗਲੈਂਡ, ਤੇ ਕਥਾ ਨਹੀਂ ਮਿਸ ਕਰਦੇ ਜੀ ਉਹ। ਹਾਂਜੀ, ਤੇ ਇੰਗਲੈਂਡ ਤੋਂ ਸੰਗਤਾਂ ਆਈਆਂ ਨੇ, ਬੀਬੀ ਕਿਰਪਾਲ ਕੌਰ ਜੀ, ਸੁਖਜਿੰਦਰ ਕੌਰ ਜੀ, ਨਾਲ ਉਹਨਾਂ ਦੇ ਹੋਰ ਸੰਗਤਾਂ। ਮਹਾਰਾਜ ਮਿਹਰ ਕਰਨ। ਸੱਚੇ ਪਾਤਸ਼ਾਹ ਲੌਂਗੋਵਾਲ ਪਿੰਡ ਤੋਂ ਵੀ ਸੰਗਤ ਆਈ ਆ ਜੀ।
ਇਹ ਦਰਬਾਰ ਸਾਹਿਬ ਸੇਵਾ ਕਰਨ ਆਏ ਨੇ ਜੀ 30 ਦਿਨਾਂ ਵਾਸਤੇ ਜੀ। ਮਹਾਰਾਜ ਜੀ ਮਿਹਰ ਕਰਨਾ, ਸਾਨੂੰ ਆਪਣੇ ਬਣਾ ਲੈਣ ਸੱਚੇ ਪਾਤਸ਼ਾਹ। ਅਸੀਂ ਮਾੜੇ ਹਾਂ ਜੀ, ਬੜੇ ਹੀ ਮਾੜੇ ਹਾਂ, ਬਹੁਤ ਹੀ ਮਾੜੇ ਹਾਂ ਜੀ। ਤੇ ਸੱਚੇ ਪਾਤਸ਼ਾਹ ਮਿਹਰ ਕਰਨ, ਸਾਨੂੰ ਮਾੜਿਆਂ ਨੂੰ ਆਪਣੇ ਬਣਾ ਲੈਣ ਜੀ। ਸਤਿਗੁਰੂ ਜੀ ਦਇਆ ਕਰਨ, ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕੀ ਫਤਿਹ।